ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਇ ਦੋਹਰਾ ਚੋਪਰ ਖੇਲਤ ਤੇਤ ਨਾਮੋ ਰੁਖ ਕਰ ਮਾਨੋ ਤਾਹੇ ਸਲਾਮੋ ਸੰਸੈ ਸਭ ਸਿੰਘਨ ਕੇ ਹੋਵਾ ਨਯੋ ਸੁਭਾਵ ਆਪ ਕੋ ਜੋਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਅਲੋਪ ਹੋਣ ਦਾ ਸਮਾਂ ਨੇੜੇ ਜਾਣਿਆ ਅਤੇ ਉਹਦਾ ਕਾਰਨ ਵੀ ਆਪ ਹੀ ਬਣਾਇਆ। ਸਤਿਗੁਰੂ ਸਰਬ ਕਲਾ ਸਮਰੱਥ ਹੈ, ਐਸੀ ਗੱਲ ਨਹੀਂ ਕਿ ਉਹਨਾਂ ਤੋਂ ਕੋਈ ਗੱਲ ਗੁੱਝੀ ਹੋਈ ਹੈ। ਪਠਾਨ ਦੇ ਬੱਚੇ ਬਾਰੇ ਪਤਾ ਨਹੀਂ, ਸਭ ਜਾਣਦੇ ਆ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਅਲੋਪ ਹੋਣ ਦਾ ਕਾਰਨ ਵੀ ਆਪ ਹੀ ਪੈਦਾ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦਿਨ ਆਪਣੇ ਇੱਕ ਅਨੰਨ ਪਿਆਰੇ ਸੇਵਕ ਜਿਸ ਦਾ ਨਾਮ ਹੈ ਭਾਈ ਕਮਲੀਆ, ਜੋ ਪਸ਼ੂਆਂ ਦਾ ਖਿਆਲ ਕਰਦਾ, ਉਹਨੂੰ ਖੇਤ ਭੇਜਿਆ ਵੀ ਜਾ ਤੂੰ ਐਂ ਕਰ ਘਾਹ ਦੀ ਪੰਡ ਲੈ ਕੇ ਆ ਪਸ਼ੂਆਂ ਲਈ। ਉਹ ਘਾਹ ਦੀ ਪੰਡ ਖੇਤ ਲੈਣ ਵਾਸਤੇ ਗਿਆ ਅਤੇ ਕਹਿੰਦੇ ਉੱਥੇ ਉਸ ਨੂੰ ਬੜੇ ਸੁੰਦਰ 3 ਮਨੁੱਖ ਰੂਪ ਦੇ ਵਿੱਚ ਮਨੁੱਖ ਮਿਲੇ ਅਤੇ ਉਹ ਕਹਿਣ ਲੱਗੇ, ਭਾਈ ਕਮਲੀਆ ਤੂੰ ਬਾਬੇ ਨਾਨਕ ਦੇ ਕੋਲੋਂ ਆਇਆ? ਕਹਿੰਦਾ ਹਾਂਜੀ, ਸਾਡਾ ਇੱਕ ਉਹਨਾਂ ਨੂੰ ਸੁਨੇਹਾ ਦੇਣਾ ਸੀਗਾ। ਕਹਿਣ ਲੱਗਿਆ ਵੀ ਕੀ ਸੁਨੇਹਾ ਤੁਹਾਡਾ? ਮੈਂ ਤਾਂ ਹਜੇ ਘਾਹ ਪੱਟਣਾ, ਘਾਹ ਵੱਢਣਾ, ਫਿਰ ਪੰਡ ਬਣਾਉਣੀ ਆ, ਫਿਰ ਜਾਣਾ। ਕਹਿੰਦੇ ਪੰਡ ਘਾਹ ਦੀ ਤੇਰੀ ਅਸੀਂ ਵਢਾ ਦਿੰਦੇ ਹਾਂ, ਤੂੰ ਸਾਡਾ ਜਲਦੀ ਸੁਨੇਹਾ ਜਿਹੜਾ ਲਿਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਦੇ ਦੇਣਾ ਕਰ। ਅਤੇ ਕਹਿੰਦੇ ਮਿੰਟੋ ਮਿੰਟੀ ਉਹਨਾਂ ਤਿੰਨਾਂ ਨੇ ਰਲ ਕੇ ਕਹਿੰਦੇ ਘਾਹ ਦੀ ਪੰਡ ਬਣਾ ਦਿੱਤੀ ਅਤੇ ਉਸ ਨੂੰ ਇੱਕ ਪੁੜੀ ਫੜਾ ਦਿੱਤੀ। ਕਹਿੰਦੇ ਬਸ ਆ ਪੁੜੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਦੇ ਦੇਈਂ, ਆਪੇ ਸਮਝ ਜਾਣਗੇ ਸੁਨੇਹਾ ਸਾਡਾ। ਅਤੇ ਜਦੋਂ ਭਾਈ ਕਮਲੀਆ ਲਿਆ ਕੇ ਪੰਡ ਵਿਹੜੇ ਵਿੱਚ ਸਿੱਟੀ ਅਤੇ ਪਾਤਸ਼ਾਹ ਕਹਿੰਦੇ ਬੜੀ ਛੇਤੀ ਮੁੜਿਆ ਆ, ਐਡੀ ਛੇਤੀ ਲਿਆਇਆ ਅੱਜ ਤੂੰ ਘਾਹ? ਮਹਾਰਾਜ ਛੇਤੀ ਕਾਹਦੀ, ਮੈਨੂੰ 3 ਮਨੁੱਖ ਮਿਲੇ ਬੜੇ ਗੋਰੇ ਸੁੰਦਰ ਸੋਹਣੇ। ਇਤਿਹਾਸ ਵਿੱਚ ਲਿਖਿਆ ਭਾਈ ਸਾਹਿਬ ਨੇ ਵੀ ਉਹ ਤਿੰਨੇ ਦੇਵਤੇ ਸੀ, ਬਰਮਾ ਵਿਸ਼ਨੂੰ ਮਹੇਸ਼। ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੂੰ ਆ ਸਾਡਾ ਇੱਕ ਸੁਨੇਹਾ ਲੈ ਕੇ ਜਾ ਅਤੇ ਬਾਬੇ ਨਾਨਕ ਨੂੰ ਦੇ ਕੇ ਆ। ਅੱਛਾ ਕੀ ਸੁਨੇਹਾ ਦਿੱਤਾ? ਲਿਆ ਫੜਾ।
ਉਹਨਾਂ ਨੇ ਆਪਣੇ ਕੱਪੜੇ ਦੇ ਲੜ 'ਚੋਂ ਬੰਨੀ ਪੁੜੀ ਖੋਲ੍ਹ ਕੇ ਦੇਤੀ, ਕਹਿੰਦੇ ਆਹ ਹੈ। ਪਾਤਸ਼ਾਹ ਨੇ ਪੁੜੀ ਖੋਲ੍ਹੀ ਅਤੇ ਪੁੜੀ ਦੇ ਵਿੱਚੋਂ ਸਵਾਹ ਨਿਕਲੀ ਅਤੇ ਪਾਤਸ਼ਾਹ ਕਹਿੰਦੇ ਉਹ ਕਮਲੀਆ ਤੂੰ ਤਾਂ ਸਾਡੇ ਜਾਣ ਦਾ ਸੁਨੇਹਾ ਲਿਆ ਆ। ਭਾਵ ਜਾਣਾ ਸਭ ਨੇ ਆ, ਦੁਨੀਆ ਦੇ ਵਿੱਚੋਂ ਰਹਿਣਾ ਕਿਸੇ ਨੇ ਵੀ ਨਹੀਂ ਗਾ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੱਦਾ ਆਇਆ, ਪਤਾ ਲੱਗਿਆ ਵੀ ਸਾਡਾ ਸਮਾਂ ਸਮਾਪਤ ਹੈ, ਸੰਗਤ ਇਕੱਠੀ ਕਰ ਲਈ ਅਤੇ ਬਚਨ ਬਿਲਾਸ ਹੋਣ ਲੱਗੇ ਸੰਗਤਾਂ ਨਾਲ ਸਾਂਝੇ, ਜਿਨ੍ਹਾਂ ਨੂੰ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਬਣਾ ਕੇ ਸਦ ਰੂਪ ਦੇ ਵਿੱਚ ਚੜ੍ਹਾ ਦਿੱਤਾ ਗੁਰਬਾਣੀ ਦੇ ਵਿੱਚ। ਅਤੇ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਆਪਣੇ ਕਾਰਜ ਸੰਪੂਰਨ ਕਰ ਲਏ, ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ। ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਆ। ਅਤੇ ਇੱਕ ਦਿਨ ਉਹਨਾਂ ਦੇ ਕੋਲ ਇੱਕ ਪਠਾਨ ਪੁੱਤਰ ਆਉਂਦਾ, ਜਿਸ ਦੇ ਪਿਤਾ ਨੂੰ ਸਤਿਗੁਰਾਂ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਸੀ, ਜਿਸ ਦੇ ਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਸੀ। ਅਤੇ ਇੱਧਰ ਅੱਜ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਉਸ ਪੈਂਦੇ ਖਾਨ ਦਾ ਪੋਤਰਾ ਜਿਹੜਾ ਹੈ ਇਹ ਗੁਲ ਖਾਂ। ਇਹਨਾਂ ਦੋਨਾਂ ਦਾ ਫਿਰ ਇਕੱਤਰ ਹੋਇਆ ਅਤੇ ਸਤਿਗੁਰੂ ਪਾਤਸ਼ਾਹ ਇਸ ਵਿਸ਼ੇ 'ਤੇ ਸਭ ਜਾਣਦੇ ਹਨ। ਅਤੇ ਸਿੰਘਾਂ ਨੇ ਗੁਰੂ ਪਿਆਰੋ ਸਤਿਗੁਰਾਂ ਦੇ ਐਸੇ ਕੌਤਕ ਦੇਖ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਜਾਣਦੇ ਹੋ ਬਈ ਇਹ ਪਠਾਨ ਸਾਡੇ ਦੁਸ਼ਮਣ ਹਨ, ਇਹਦਾ ਦਾਦਾ ਪੈਂਦੇ ਖਾਂ ਸਤਿਗੁਰਾਂ ਦੇ ਨਾਲ ਲੜਿਆ, ਅਤੇ ਤੁਸੀਂ ਇਹਨੂੰ ਇੰਨਾ ਪਿਆਰ ਕਿਉਂ ਕਰਦੇ ਹੋ? ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸਿੰਘੋ ਇੱਕ ਤਾਂ ਇਸ ਕਰਕੇ ਕਰਦਾ ਵੀ ਇਹਦਾ ਦਾਦਾ ਮੇਰੇ ਦਾਦੇ ਦੇ ਨਾਲ ਰਿਹਾ, ਅਤੇ ਦੂਸਰਾ ਇਹਦੇ ਨਾਲ ਮੇਰਾ ਕੋਈ ਹਿਸਾਬ ਕਿਤਾਬ ਆ, ਉਹ ਹਿਸਾਬ ਕਿਤਾਬ ਪੂਰਾ ਕਰਨਾ। ਸਿੰਘਾਂ ਨੂੰ ਨਾ ਸਮਝ ਆਈ ਉਸ ਵੇਲੇ। ਚਲੋ ਖੈਰ, ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਸਾਡਾ ਹਿਸਾਬ ਕਿਤਾਬ ਹੈ, ਲੈਣ ਦੇਣ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਉਸ ਗੁਲ ਖਾਂ ਦੇ ਨਾਲ ਪਿਆਰ ਵੀ ਕਰਦੇ ਆ, ਉਹਨੂੰ ਜਾਂਦੇ ਨੂੰ ਇਨਾਮ ਵੀ ਦਿੰਦੇ ਆ। ਅਤੇ ਅੱਜ ਸਤਿਗੁਰੂ ਗੁਲ ਖਾਂ ਨੂੰ ਕੀ ਕਹਿੰਦੇ ਆ, ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚੌਪਰ ਖੇਲਤ ਦੇਤ ਨਾਮੋ, ਰੁਕ ਕਰ ਮਾਨੋ ਤਾਹੇ ਸਲਾਮੋ। ਮਹਾਰਾਜ ਜੀ ਕੀ ਕਾਰਨ ਹੈ, ਇਸ ਪਠਾਨ ਬੱਚੇ ਨੂੰ ਤੁਸੀਂ ਇੰਨਾ ਪਿਆਰ ਕਿਉਂ ਕਰਦੇ ਹੋ? ਚੌਪੜ ਦੇ ਵਿੱਚ ਨਾਲ ਬਿਠਾਉਂਦੇ ਹੋ ਖੇਡਣ ਵਾਸਤੇ, ਸਾਰ ਪਾਸੇ ਦੀ ਖੇਡ। ਜਿਹੜੀ ਚੌਪੜ ਦੀ ਉਹ ਸਾਰੀਆਂ ਵਸਤੂਆਂ ਜਿਹੜੀਆਂ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਸਨ, ਡੱਲ ਜਿਹੜਾ ਸਿੱਟਦੇ ਹਨ, ਅਤੇ ਗੁਰੂ ਪਿਆਰਿਓ ਉਹ ਸਾਰਾ ਸੋਨੇ ਚਾਂਦੀ ਦੇ ਪੀਸਾਂ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਸਨ। ਵੇਖ ਕੇ ਪਠਾਨ ਗੁਲ ਖਾਂ ਬੜਾ ਹੈਰਾਨ ਹੋਇਆ ਵੀ ਐਡਾ ਕੀਮਤੀ ਤਾਂ ਰਾਜਿਆਂ ਕੋਲੇ ਵੀ ਨਹੀਂ ਹੁੰਦਾ ਗਾ। ਤੋ ਖੈਰ ਚਲੋ ਉਹਦੇ ਨਾਲ ਖੇਡਣ ਲੱਗੇ ਜੀ। ਸੰਸੇ ਸਭ ਸਿੰਘਨ ਕੋ ਹੋਆ, ਨਯ ਸੁਭਾ ਆਪ ਕੋ ਜੋਆ। ਤਾਂ ਸਿੰਘਾਂ ਨੇ ਵੇਖਿਆ ਵੀ ਇਹ ਪਾਤਸ਼ਾਹ ਮਹਾਰਾਜ ਨਾਲੇ ਦੱਸ ਦਿੱਤਾ ਉਸ ਬੱਚੇ ਨੇ ਕਿ ਮੈਂ ਪਠਾਨ ਪੈਂਦੇ ਖਾਨ ਦਾ ਪੋਤਰਾ ਹਾਂ, ਜਿਹੜਾ ਕਿ ਛੇਵੇਂ ਪਾਤਸ਼ਾਹ ਜੀ ਦੇ ਨਾਲ ਬਾਜ ਪਿੱਛੇ ਲੜਿਆ ਸੀ। ਸ਼੍ਰੀ ਮੁਖ ਹਸੈ ਤਬੈ ਗੁਣ ਖਾਨੀ, ਸਾਦਰ ਸਭ ਸੰਕੀਨ ਬਖਾਨੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਸ ਪਏ, ਸਤਿਕਾਰ ਸਾਹਿਬ ਸਿੰਘਾਂ ਨੂੰ ਕਹਿੰਦੇ, ਸੁਨੋ ਖਾਲਸਾ ਕਾਮ ਹਮਾਰਾ, ਪਰਿਓ ਇਸੀ ਕੇ ਹਾਥ ਉਦਾਰਾ। ਇਹਦੇ ਹੱਥੋਂ ਸਾਡਾ ਕੰਮ ਹੋਣਾ, ਉਹ ਇਸੇ ਤੋਂ ਹੀ ਹੋਣਾ। ਹਿਸਾਬ ਕਿਤਾਬ ਜਿਹੜਾ ਹੈ ਨਾ ਸਾਡਾ, ਉਹ ਇਹਦੇ ਨਾਲ ਅਸੀਂ ਕਰਨਾ ਹੈ। ਇਸ ਦੇ ਦਾਦੇ ਨੂੰ ਸਾਡੇ ਦਾਦੇ ਨੇ ਮਾਰਿਆ, ਅਤੇ ਇਸ ਦੇ ਰਾਹੀਂ ਸਾਡਾ ਕੰਮ ਹੋਣਾ। ਇਸ ਕਰਕੇ ਇਸ ਤੋਂ ਦਾਦਾ ਸੂਰਮਾ ਬਲੀ, ਗੁਰ ਨਿਜ ਢਿੱਗ ਰਾਖੋ ਬਿਦ ਭਲੀ। ਇਹਦਾ ਦਾਦਾ ਬੜਾ ਸੂਰਮਾ ਯੋਧਾ ਹੋਇਆ, ਜਿਹੜਾ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੋਲ ਰੱਖਿਆ ਸੀ। ਦਈ ਜੰਗ ਕੀ ਅਦਕ ਵਡਾਈ, ਤਿਸੀ ਪਰ ਸ਼ਮਸ਼ੇਰ ਚਲਾਈ। ਜਿਨ੍ਹਾਂ ਨੇ ਉਸ ਨੂੰ ਵੱਡਾ ਯੋਧਾ ਵੀ ਬਣਾਇਆ, ਜੰਗਾਂ ਯੁੱਧਾਂ ਦੇ ਵਿੱਚ ਪੈਂਦੇ ਖਾਂ ਨੂੰ ਬੜੇ ਇਨਾਮ ਵੀ ਦਿੰਦੇ ਰਹੇ, ਪਰ ਅਖੀਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਉਸ ਪੈਂਦੇ ਖਾਂ
ਪਠਾਨ ਨੂੰ ਮਾਰਨਾ ਪਿਆ ਸੀ। ਜਾਂ ਤੇ ਉਪਜੀ ਮਨ ਹਮ ਕਰੁਣਾ ਲੜਕਾ ਭਇਓ ਸੁਨੇਹੇ ਕਰਨਾ। ਇਸ ਕਰਕੇ ਸਾਡੇ ਮਨ ਵਿੱਚ ਇਹ ਖਿਆਲ ਆਇਆ ਤੇ ਉਹਦਾ ਲੜਕਾ ਜਾਣ ਕੇ ਅਸੀਂ ਇਸ ਦੇ ਨਾਲ ਪਿਆਰ ਕਰਦੇ ਹਾਂ। ਇਮ ਕਹਿ ਸਿੰਘਨ ਕੋ ਸੰਤੋਸ਼ਾ ਦਾਸਨ ਕੇ ਭਰੋਸ ਇਨ ਬਿਨ ਦੋਸ਼ਾ। ਹਿਮ ਕਹਿ ਸਿੰਘਨ ਕੋ ਸੰਤੋਸ਼ਾ ਦਾਸਨ ਕੈ ਭਰੋਸ ਬਿਨ ਦੋਸਾ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਦੱਸੀ ਤੇ ਨਾਲ ਇਹ ਨਹੀਂ ਦੱਸਿਆਗਾ ਵੀ ਇਹ ਸਾਡਾ ਦੁਸ਼ਮਣ ਹੈ ਤੇ ਸਾਡਾ ਦੁਸ਼ਮਣੀ ਦਾ ਹਿਸਾਬ ਕਿਤਾਬ ਬਰਾਬਰ ਕਰਨ ਵਾਲਾ ਇੱਕ। ਇਸ ਕਰਕੇ ਸਿੰਘਾਂ ਨੂੰ ਪਾਤਸ਼ਾਹ ਜੀ ਨੇ ਇਸ਼ਾਰੇ ਮਾਤਰ ਹੀ ਦੱਸਿਆ, ਕੋਈ ਦੋਸ਼ ਕੋਈ ਔਗਣ ਵੀ ਉਸ ਬੱਚੇ ਵਿੱਚ ਨਹੀਂ ਕੱਢਿਆ। ਲਖੇ ਨਾ ਜਾਹੇ ਚਰਿਤ ਜਨ ਕੁਦਰੂਰੇ ਦੁਖ ਦਾਰਦ ਹਰਤਾ ਗੁਰ ਪੂਰੇ। ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦੇ ਕੌਤਕਾਂ ਨੂੰ ਚਰਿਤਰਾਂ ਨੂੰ ਸਮਝਣਾ ਬਹੁਤ ਔਖਾ ਹੈ, ਜੋ ਸਾਡੇ ਦੁੱਖਾਂ ਦਲਿਦਰਾਂ ਦਾ ਹਰਤਾ ਕਰਨ ਵਾਲਾ ਹੈ। ਨਿਸਾ ਪਰੀ ਕੇ ਖਾਨ ਰੁਪਾਨਾ ਸੁਪਤ ਜਬਾ ਸੁਖ ਕਿਰਪਾ ਨਿਧਾਨਾ। ਸ਼ਾਮਾਂ ਪੈ ਗਈਆਂ, ਦਿਨ ਛਿਪ ਗਿਆ, ਸ਼ਾਮਾਂ ਦਾ ਲੰਗਰ ਤਿਆਰ ਹੋਇਆ, ਸਤਿਗੁਰਾਂ ਨੇ ਛਕਣਾ ਕੀਤਾ ਹੈ ਜੀ। ਵੱਡੀ ਆਵਾਜ਼ ਘਟਾਓ ਜਾ। ਸੋਚ ਉਸਨਾਨੇ ਅਨਾਦੰਤ ਮਹਿ ਲਾਇ ਸਿਆਨੇ। ਔਰ ਗੁਰੂ ਪਿਆਰਿਓ, ਜਦੋਂ ਵੱਡੀ ਪ੍ਰਾਂਤ ਭਾਵ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਿਆ, ਇਸ਼ਨਾਨ ਆਦਿ ਕੀਤਾ ਹੈ। ਦਿਨ ਕਰ ਉਦੈ ਭਇਓ ਨਭ ਜਬੈ ਕਮਲ ਬਿਲੋਚਨ ਬਿਕਸੈ ਤਬੈ। ਜਦੋਂ ਦਿਨ ਚੜ੍ਹਿਆ, ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿਮਰਨ ਭਜਨ ਬੰਦਗੀ ਵਿੱਚੋਂ ਉੱਠੇ ਹਨ। ਥੋੜ੍ਹੀ ਆਵਾਜ਼ ਘੱਟ ਕਰੋ ਯਾਰ, ਰੌਲਾ ਪੈਂਦਾ ਇੱਧਰ ਇੰਨਾ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਧਸਤ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਇਸ਼ਨਾਨ ਪਾਨ ਕਰਕੇ ਗੁਰੂ ਪਿਆਰਿਓ ਸਿਮਰਨ ਭਜਨ ਬੰਦਗੀ ਵਿੱਚ ਬੈਠੇ। ਜਦੋਂ ਦਿਨ ਚੜ੍ਹਿਆ, ਸੂਰਜ ਨਿਕਲਿਆ ਤੇ ਸਤਿਗੁਰੂ ਸਮਾਧੀ ਵਿੱਚੋਂ ਉੱਠੇ ਹਨ। ਸ਼ਸਤਰ ਬਸਤਰ ਕੋ ਅੰਗ ਸਜਾਏ ਬੈਠੇ ਬੀਚ ਖਾਲਸੇ ਆਏ। ਔਰ ਸਤਿਗੁਰੂ ਪਾਤਸ਼ਾਹ ਤਿਆਰ ਪ੍ਰਤਿਆਰ ਹੋ ਕਰਕੇ ਆਪਣੇ ਸਰੀਰ ਦੇ ਉੱਪਰ ਸ਼ਸਤਰ ਬਸਤਰ ਸਜਾ ਕਰਕੇ ਦੀਵਾਨ ਦੇ ਵਿੱਚ ਆ ਕੇ ਸਜੇ ਹਨ। ਸਵਾ ਜਾਮ ਦਿਨ ਚੜੇ ਆਹਾਰਾ ਅਚੈ ਪ੍ਰਭ ਗੁਣ ਸਿੰਘ ਮਜਾਰਾ। ਸਵਾ ਜਾਮ ਸਵਾ ਪਹਿਰ ਚੜੇ ਭਾਵ 10-11 ਵਜੇ ਭੋਜਨ ਪ੍ਰਸ਼ਾਦਾ ਤਿਆਰ ਹੋ ਜਾਂਦਾ, ਸਵੇਰ ਦਾ ਲੰਗਰ ਤਿਆਰ ਹੋਇਆ ਤੇ ਸਤਿਗੁਰਾਂ ਨੇ ਸਿੰਘਾਂ ਨੇ ਸਭ ਨੇ ਛਕਣਾ ਕੀਤਾ ਹੈ ਜੀ। ਘਰੇ ਦੁਪਹਿਰੇ ਕਰਤ ਆਰਾਮੋ ਸੁੱਖਾ ਛਕੈ ਤਤਰੇ ਜਾਮੋ। ਔਰ ਗੁਰੂ ਪਿਆਰਿਓ, ਫਿਰ ਢੰਡਿਆਈ, ਸੁੱਖੇ ਦਾ ਮਤਲਬ ਹੈ ਢੰਡਿਆਈ। ਗੁਰੂ ਘਰ ਦੇ ਵਿੱਚ ਉਦੋਂ ਚਾਹ ਦਾ ਚਲਤ ਨਹੀਂ ਸੀਗਾ, ਢੰਡਿਆਈ ਹੀ ਚੱਲਦੀ ਸੀ। ਤਾਂ ਦੁਪਹਿਰਾ ਜਿਹੜਾ ਹੈ ਉਸ ਵੇਲੇ ਢੰਡਿਆਈ ਸ਼ਰਦਾਈ ਆਈ ਤਿਆਰ ਹੋਈ, ਆਰਾਮ ਕੀਤਾ, ਉੱਠੇ ਹਨ ਔਰ ਢੰਡਿਆਈ ਸ਼ਰਦਾਈ ਆਦਿ ਛਕਣੀ ਕੀਤੀ ਜੀ। ਦੋਹਰਾ ਪੁਰ ਪਾਲੀ ਮੈਂ ਬਸਤ ਦਰੇ ਗੁਰ ਕੇ ਸਿੱਖ ਸੁਜਾਨ। ਤਾਂ ਪਾਲੀ ਸ਼ਹਿਰ ਹੈ ਗੁਰੂ ਪਿਆਰਿਓ, ਉਸੇ ਇਲਾਕੇ ਦੇ ਵਿੱਚ ਪਾਲੀ ਸ਼ਹਿਰ ਦੇ 2 ਸਿੱਖ ਸਤਿਗੁਰਾਂ ਦੇ ਅਨੰਨ ਪਿਆਰੇ। ਦਰਸ਼ਨ ਗੁਰ ਅਭਿਲਾਖ ਤੇ ਧਾਰਤ ਪ੍ਰੇਮ ਮਹਾਨ। ਜਿਹੜੇ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ, ਸੋ ਚਲ ਕਰ ਸ਼੍ਰੀ ਪ੍ਰਭੂ ਤਿਗ ਆਏ ਦ੍ਰੈ ਜਮਤਰ ਅਕੋਰ ਕਹੋ ਲਿਆਏ। ਔਰ ਉਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਣਾ ਕੀਤਾ। ਭੇਟਾ ਦੇ ਰੂਪ ਦੇ ਵਿੱਚ 2 ਖੰਜਰ ਲੈ ਕੇ ਆਏ ਹਨ, ਬੜੇ ਸੁੰਦਰ। ਜਮਤਰ ਖੰਜਰ ਦਾ ਨਾਮ ਹੈ, ਜੋ ਕਿਸੇ ਦੁਸ਼ਮਣ ਦੇ ਨੇੜਿਓਂ ਮਾਰਿਆ ਜਾਂਦਾ ਵੱਖੀ 'ਚ, ਤੋਂ ਬੜੇ ਤਿੱਖੇ ਬੜੇ ਸੁੰਦਰ ਜਮਤਰ ਭਾਵ ਖੰਜਰ ਲੈ ਕੇ ਆਏ ਹਨ। ਕੰਚਨ ਲਿਪਤ ਚਾਰ ਚਮਕੰਤੀ ਉਤਮ ਲੋਹ ਫੁਲਾਦੇ ਨਵੰਤੀ। ਔਰ ਜਿਨ੍ਹਾਂ ਖੰਜਰਾਂ ਦੇ ਮੁੱਠਿਆਂ ਨੂੰ ਸੋਨੇ ਦੇ ਨਾਲ ਕਢਾਈ ਕੀਤੀ ਹੋਈ ਹੈ, ਜਿਨ੍ਹਾਂ ਦੇ ਮੁੱਠਿਆਂ ਤੇ ਸੋਨਾ ਲੱਗਿਆ ਹੋਇਆ ਹੈ। ਤੀਛਨ ਭੀਛਨ ਕਰੀ ਨਿਰੀਛਨ ਭਏ ਪ੍ਰਸੰਨ ਕਿਰਪਾ ਤਰ ਈਛਨ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਖੰਜਰ ਮਿਆਨ ਚੋਂ ਬਾਹਰ ਕੱਢੇ ਔਰ ਉਹਨਾਂ ਨੂੰ ਬੜੇ ਹੀ ਗੌਰ ਦੇ ਨਾਲ ਦੇਖਣਾ ਕੀਤਾ ਹੈ। ਪੂਰੀ ਕਾਮਨਾ ਸਿੱਖਨ ਕੇਰੀ ਤੇ ਉੱਪਰ ਕਰ ਖੁਸ਼ੀ ਵਡੇਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਦੀ ਜਿਹੜੀ ਭਾਵਨਾ ਸੀ, ਜੋ ਇੱਛਾ ਲੈ ਕੇ ਆਏ ਸੀ, ਜੋ ਅਰਦਾਸ ਬੇਨਤੀ ਜੋਦੜੀ ਕੀਤੀ ਆ, ਸਤਿਗੁਰਾਂ ਨੇ ਉਹਨਾਂ ਦੀ ਭਾਵਨਾ ਪੂਰੀ ਕੀਤੀ ਹੈ। ਇਤਨੇ ਮੈਂ ਪਠਾਨ ਚਲ ਆਇਓ ਥਰ ਹੋਏ ਸਨਮੁਖ
ਸੀਸ ਝੁਕਾਇਓ। ਇਤਨੇ ਗੁਰੂ ਪਿਆਰਿਓ ਗੁਲਖਾਂ ਪਠਾਨ ਬੱਚਾ ਜੋ ਪਿਛਲੇ 3-4 ਦਿਨਾਂ ਤੋਂ ਆ ਰਿਹਾ ਸੀਗਾ। ਪਹਿਲੇ ਦਿਨ ਪਾਤਸ਼ਾਹ ਦੇ ਨਾਲ ਇੰਟਰੋਡਕਸ਼ਨ ਹੋਈ, ਗੱਲਬਾਤ ਪੁੱਛੀ, ਤੂੰ ਕੌਣ ਹੈ, ਕਿੱਥੋਂ ਆਇਆ? ਕਹਿਣ ਲੱਗਿਆ ਜੀ ਮੈਂ ਛੋਟੇ ਮੀਰਪੁਰ ਗਾਮ ਦਾ, ਇੱਕ ਮੇਰਾ ਦਾਦਾ ਹੋਇਆ ਪਠਾਨ ਪੈਂਦੇ ਖਾਂ ਬੜਾ ਮਸ਼ਹੂਰ ਸੀ, ਉਹਦਾ ਪੋਤਰਾ ਹਾਂ, ਜਿਹੜਾ ਕਿ ਜਹਾਂਗੀਰ ਦੇ ਕੋਲ ਵੀ ਰਹਿੰਦਾ ਰਿਹਾ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਵੀ ਰਹਿੰਦਾ ਰਿਹਾ। ਲੰਮੇ ਸਮੇਂ ਤੋਂ ਅਸੀਂ ਨੌਕਰੀ ਕਰਦੇ ਹਾਂ ਤੇ ਹੁਣ ਮੈਂ ਇੱਧਰ ਆਇਆ ਸੀ, ਸੋਚਿਆ ਤੁਹਾਡੇ ਦਰਸ਼ਨ ਕਰਨ ਆਵਾਂ। ਤੁਹਾਡੇ ਦਰਸ਼ਨਾਂ ਲਈ ਆਇਆ ਤੇ ਦਰਸ਼ਨ ਕਰਕੇ ਨਿਹਾਲ ਹੋਇਆ। ਪਹਿਲੇ ਦਿਨ ਸਤਿਗੁਰ ਨੇ ਉਹਨੂੰ 5 ਮੋਹਰਾਂ ਦਿੱਤੀਆਂ ਤੇ ਨਾਲ ਦੂਜੇ ਦਿਨ ਵੀ ਸੱਦਾ ਦਿੱਤਾ ਵੀ ਕੱਲ ਨੂੰ ਫੇਰ ਆਈ ਤੂੰ ਭਾਈ, ਜਦੋਂ ਜੀ ਕਰੇ ਆ ਜਿਆ ਕਰ। ਦੂਜੇ ਦਿਨ ਫੇਰ ਆਇਆ, ਉਹਦੇ ਨਾਲ ਚੰਗੀਆਂ ਗੱਲਾਂ ਬਾਤਾਂ ਪਿਆਰ ਦੀਆਂ ਕੀਤੀਆਂ। ਸਿੰਘ ਦੇਖ ਰਹੇ ਆ ਵੀ ਪਾਤਸ਼ਾਹ ਇਹਦੇ ਨਾਲ ਇੰਨਾ ਪਿਆਰ ਕਿਉਂ ਕਰਦੇ ਆ, ਇਹ ਤਾਂ ਸਾਡੇ ਦੁਸ਼ਮਣਾਂ ਦਾ ਬੱਚਾ, ਕੀ ਪਤਾ ਪਠਾਨਾਂ ਦਾ ਕਦੋਂ ਦੁਸ਼ਮਣੀ ਕੱਢ ਲਵੇ ਕੋਈ। ਸਤਿਗੁਰੂ ਸਭ ਜਾਣਦੇ ਆ ਪਰ ਆਪਣੇ ਕਾਰਨ ਨੂੰ ਵੀ ਟਾਲਦੇ ਨਹੀਂ। ਹੀਲੇ ਰਿਜ਼ਕ ਬਹਾਨੇ ਮੌਤ ਵਾਲੀ ਘਟਨਾ ਜਿਹੜੀ ਘਟਨੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ, ਉਸ ਨੂੰ ਆਪ ਵੀ ਟਾਲਦੇ ਨਹੀਂ ਆਪਣੇ ਸਮੇਂ ਨੂੰ। ਇਸ ਕਰਕੇ ਪਾਤਸ਼ਾਹ ਨੂੰ ਪਤਾ ਹੈ ਕਿ ਇਹ ਕਾਰਜ ਇਸ ਨੇ ਕਰਨਾ ਹੈ ਤੇ ਉਹਦੇ ਨਾਲ ਪਿਆਰ ਕਰਦੇ ਆ। ਸਿੰਘ ਜਿਹੜੇ ਕਹਿੰਦੇ ਹਨ ਕਿ ਮਹਾਰਾਜ ਤੁਸੀਂ ਇਸ ਨਾਲ ਇੰਨਾ ਪਿਆਰ ਕਿਉਂ ਕਰਦੇ ਹੋ। ਦੂਜੇ ਦਿਨ ਉਸ ਨੂੰ ਫਿਰ 5 ਰੁਪਏ ਖਜ਼ਾਨੇ ਤੋਂ ਦਵਾਏ ਚਾਂਦੀ ਦੇ। ਇਹ 5 ਰੁਪਏ ਲੈ ਕੇ ਘਰ ਚਲਾ ਗਿਆ, ਆਪਣੀ ਮਾਤਾ ਨੂੰ ਮਿਲਿਆ, ਮਾਤਾ ਦੇ ਨਾਲ ਸਾਰੀ ਗੱਲਬਾਤ ਦੱਸੀ। ਬੜਾ ਪਿਆਰ ਕਰਦੇ ਆ ਮੈਨੂੰ, ਬੜਾ ਮੈਨੂੰ ਚਾਹੁੰਦੇ ਆ ਔਰ ਮੈਨੂੰ ਦੇਖੋ ਰੋਜ਼ ਇਨਾਮ ਵੀ ਦਿੰਦੇ ਆ। ਔਰ ਮਾਂ ਨੇ ਇਹਨੂੰ ਇਹ ਵੀ ਦੱਸਿਆ ਸੀਗਾ ਕਿ ਤੇਰੇ ਦਾਦੇ ਨੂੰ ਇਹਨਾਂ ਦੇ ਦਾਦੇ ਨੇ ਹੀ ਮਾਰਿਆ ਹੈ, ਪਰ ਪੁੱਤਰ ਆਪਾਂ ਉਹ ਦੁਸ਼ਮਣੀ ਨਹੀਂ ਕੱਢਣੀ। ਇਹ ਕਹਿੰਦਾ ਸੀ ਕਿ ਮੈਨੂੰ ਮੇਰੀ ਮਾਂ ਨੇ ਸਾਰੀ ਗੱਲਬਾਤ ਦੱਸੀ ਹੈ ਪੁਰਾਣੀ, ਪਰ ਆਪਾਂ ਉਹ ਗੱਲਾਂ ਭੁਲਾ ਦੇ ਪੁੱਤਰ, ਤੂੰ ਜਾਇਆ ਕਰ ਦਰਸ਼ਨ ਕਰਿਆ ਕਰ। ਇਹ ਆਉਣ ਲੱਗਿਆ। ਹੁਣ ਤੀਜੇ ਦਿਨ ਫਿਰ ਆਉਂਦਾ, ਜਿਸ ਵੇਲੇ ਇਹ 2 ਸਿੱਖ ਪਾਲੀ ਸ਼ਹਿਰ ਦੇ ਜੋ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਕੋਈ 500 ਕਿਲੋਮੀਟਰ ਦੀ ਸਾਈਡ 'ਤੇ ਹੈ। ਤਾਂ ਗੁਰੂ ਪਿਆਰਿਓ ਇਹਨਾਂ ਨੇ 2 ਬੜੇ ਕੀਮਤੀ ਖੰਜਰ ਸੋਨੇ ਦੇ ਮੁੱਠਿਆਂ ਵਾਲੇ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ। ਦੁਪਹਿਰਾ ਢਲਿਆ, ਪਿਛਲਾ ਪੈਰ ਹੋਇਆ ਤੇ ਪਿਛਲੇ ਪੈਰ ਸਮੇਂ ਦੇ ਨਾਲ ਉਹ ਪਠਾਨ ਪੁੱਤਰ ਗੁਲਖਾਂ ਫੇਰ ਆਇਆ ਹੈ। ਸਾਧਨ ਵਿਤ ਬਿਠਾਵਨ ਕੀਨਾ, ਗਮਤਾ ਤਿਸਕੇ ਕਰਮ ਹੈ ਦੀਨਾ। ਔਰ ਸਤਿਗੁਰਾਂ ਦੇ ਕੋਲ ਸਤਕਾਰ ਸਹਿਤ ਆ ਕੇ ਇਹਨੇ ਨਮਸਕਾਰ ਕੀਤੀ, ਮੱਥਾ ਟੇਕਿਆ ਔਰ ਬਿਠਾ ਕਰਕੇ ਸਤਿਗੁਰਾਂ ਨੇ ਇਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਬੈਠੇ ਬੈਠੇ ਉਹ ਖੰਜਰ ਜਿਹੜਾ ਸੀਗਾ ਮਿਆਨ ਦੇ ਵਿੱਚੋਂ ਕੱਢ ਕੇ ਇਹਨੂੰ ਵੇਖਣ ਲਈ ਦਿੱਤਾ ਹੈ ਜੀ। ਗੁਲਖਾਂ ਦੇਖ ਵਾਰ ਕਹਿ ਕਰੇ, ਨਿਜ ਸ਼ਤਰੂ ਕੇ ਪ੍ਰਾਨਨ ਹਰੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਲਖਿਆਂ ਵੇਖ ਕੇ ਦੱਸ ਭਲਾ, ਜੇ ਇਸ ਖੰਜਰ ਦੇ ਨਾਲ ਦੁਸ਼ਮਣ ਤੇ ਹਮਲਾ ਕੀਤਾ ਜਾਵੇ, ਲਗੇ ਘਾਵ ਕੇ ਸਨਮੁਖ ਹੋਏ, ਵਾਰ ਕਰੈ ਕੋਦੇ ਨਹਿ ਸੋਏ। ਔਰ ਜੇ ਦੁਸ਼ਮਣ ਸਾਹਮਣੇ ਹੋਵੇ ਤੇ ਕੋਲੇ ਐਡਾ ਵਧੀਆ ਸ਼ਸਤਰ ਹਥਿਆਰ ਹੋਵੇ ਤੇ ਫਿਰ ਦੱਸ ਤੂੰ ਦੁਸ਼ਮਣ ਦੇ ਉੱਤੇ ਹਮਲਾ ਕਰੇ ਕਿ ਨਾ ਕਰੇ। ਸੁਨ ਪਠਾਨ ਇਮ ਬਾਕ ਬਖਾਨਾ, ਅਸ ਜਮ ਧਰਜ ਹੋਏ ਮਮਨ ਪਾਨਾ। ਔਰ ਪਠਾਨ ਕਹਿਣ ਲੱਗਿਆ ਮਹਾਰਾਜ ਇਹੋ ਜਿਹਾ ਖੰਜਰ ਮੇਰੇ ਹੱਥ ਵਿੱਚ ਹੋਵੇ ਜੇ, ਬਲਕਿ ਕਰੋ ਵਾਰ ਇੱਕ ਐਸੇ, ਉਕਸਨ ਦਿਓ ਨਹੀਂ ਰਿਪ ਕੈਸੇ। ਔਰ ਮੈਂ ਐਸਾ ਵਾਰ ਕਰਾਂ ਇਸ ਖੰਜਰ ਦੇ ਨਾਲ ਕਿ ਦੁਸ਼ਮਣ ਨੂੰ ਸਾਹ ਨਾ ਲੈਣ ਦੇਵਾਂ, ਉਕਸਣ ਭਾਵ ਖੜਾ ਨਾ ਹੋਣ ਦੇਵਾਂ, ਕੁਸਕਣ ਨਾ ਦੇਵਾਂ। ਉੱਤਮ ਲੋਹਾ ਲਖਿਤ ਕਰ ਹੈ, ਨਹੀਂ ਧਾਰ ਪਰ ਠਹਿਰਤ ਕਰ ਹੈ। ਇਹ ਤਾਂ ਬੜੇ ਚੰਗੇ ਲੋਹੇ ਦਾ ਬਣਿਆ ਖੰਜਰ ਲੱਗਦਾ ਮਹਾਰਾਜ, ਨਾਲੇ ਵੇਖ ਰਿਹਾ ਨਾਲੇ ਉਹਦੇ ਧਾਰ ਦੇ ਉੱਤੇ ਸਾਈਡਾਂ ਤੇ ਹੱਥ ਫੇਰ ਰਿਹਾ। ਕਹਿਣ ਲੱਗਿਆ ਬੜੇ ਚੰਗੇ ਪੱਕੇ ਲੋਹੇ ਦਾ ਬਣਿਆ ਹੋਇਆ ਖੰਜਰ ਹੈ ਮਹਾਰਾਜ, ਤਿੱਖਾ ਵੀ ਬੜਾ ਹੈ। ਇਸ ਤੇ ਵਾਰ ਬਹੁਤ ਕਿਆ ਕਰੈ, ਲਗੇ ਏਕ ਤੇ ਸ਼ਤਰੂ ਮਰੈ। ਇਹਦੇ ਨਾਲ ਬਹੁਤੇ ਵਾਰ ਕਰਨ ਦੀ ਕੀ ਲੋੜ ਹੈ, ਇੱਕੋ ਹੀ ਵਾਰ ਵਾਧੂ ਹੈ ਤੇ ਦੁਸ਼ਮਣ ਮਰ ਸਕਦਾ ਹੈ। ਜਮਤਰ ਤਿਨਹੀ ਨਿਕਟ ਰਖਾਇਓ, ਹਿਤ ਖੇਲਨ ਚੌਪਰ ਅਨਵਾਇਓ। ਤੇ ਪਾਤਸ਼ਾਹ ਜੀ ਨੇ ਉਹ ਸ਼ਸਤਰ ਜਮਤਰ ਖੰਜਰ ਉੱਥੇ ਕੋਲ ਹੀ ਰੱਖ ਦਿੱਤਾ ਖੁੱਲ੍ਹਾ ਹੀ, ਤੇ ਸਿੱਖਾਂ ਨੂੰ ਕਹਿਣ ਲੱਗੇ ਵੀ ਲਿਆਓ ਵੀ ਚੌਪੜ, 4 ਸਾਰ ਪਾਸੇ ਦੀ ਖੇਡ ਚੱਕ ਕੇ ਲਿਆਓ ਖੇਡੀਏ। ਲਾਗੇ ਦਲ ਆਪਸ ਵਿੱਚ ਗਰੇਨ, ਕਿਤੇ ਉਤੇ ਨਰਦਨ ਕੋ ਫੇਰਨ। ਔਰ ਗੁਰੂ ਪਿਆਰੋ ਲਿਆ ਕਰਕੇ ਉਹ ਸਾਰ ਪਾਸੇ ਦਾ ਕੱਪੜਾ ਜਿਹੜਾ ਹੁੰਦਾ ਉਹ ਵਿਛਾਇਆ ਤੇ ਉਹਦੇ ਉੱਤੇ ਡਿਕਰੀਆਂ ਜਿਹੜੀਆਂ ਡੱਲਾਂ ਹੁੰਦੀਆਂ ਨਰਦਾਂ ਹੁੰਦੀਆਂ ਉਹ ਚਿਣ ਦਿੱਤੀਆਂ।
ਖੇਡ ਸ਼ੁਰੂ ਕਰ ਦਿੱਤੀ, ਡਲ ਨੂੰ ਸਿੱਟਦੇ ਹੈ। ਕਦੇ ਸਤਿਗੁਰ ਦੀ ਵਾਰੀ ਤੇ ਕਦੇ ਉਸ ਪਠਾਨ ਦੀ ਵਾਰੀ, ਇਉਂ ਖੇਡਣ ਲੱਗੇ ਜੀ। ਪਰੈ ਦਾਵ ਕੋ ਨਰਦ ਉਠਾਵੇ, ਮਾਰਤ ਮੁਕਤੇ ਬਾਗ ਅਲਾਵੇ। ਔਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਉਸ ਪਠਾਨ ਦੀ ਨਰਦ ਨੂੰ ਮਾਰ ਲੈਂਦੇ ਆ, ਨਾਲੇ ਤਾਂ ਉਹਦੀ ਨਰਦ ਨੂੰ ਮਾਰ ਕੇ ਆਪਦੇ ਖਾਨੇ ਵਿੱਚ ਸਿੱਟ ਲੈਂਦੇ ਆ, ਤੇ ਨਾਲੇ ਕੀ ਕਹਿੰਦੇ, ਪਿਤਾ ਪਿਤਾਮਾ ਪਲਟਾ ਲੈਣਾ, ਬੁੱਕ ਜਨਮ ਤਿਸਤੇ ਸੁਤ ਗੇਨਾ। ਕਹਿਣ ਲੱਗੇ ਯਾਰ ਜੇ ਕੋਈ ਆਪਣੇ ਦਾਦੇ ਪਿਓ ਦਾਦੇ ਪੜਦਾਦੇ ਦਾ ਬਦਲਾ ਲਵੇ ਤੇ ਧ੍ਰਿਗ ਹੈ ਉਸ ਦੇ ਜੰਮਣ ਦੇ, ਥੂਕ ਜਨਮ ਤਿਸ, ਉਹਦਾ ਜਨਮ ਬੇਕਾਰ ਹੈ, ਉਹ ਉਹਨਾਂ ਦੇ ਜੰਮਿਆ ਹੀ ਨਹੀਂ ਸਮਝੋ। ਹਾਥ ਸ਼ਸਤਰ ਸ਼ਤਰੂ ਡਿਗ ਹੋਏ, ਮਾਰੈ ਕਪੁੱਤ ਹੈ ਸੋਏ। ਔਰ ਹੱਥ ਵੀ ਸ਼ਸਤਰ ਹੋਵੇ ਤੇ ਦੁਸ਼ਮਣ ਨੇੜੇ ਹੋਵੇ, ਫਿਰ ਵੀ ਆਪਣਾ ਬਦਲਾ ਨਾ ਲਵੇ, ਤੇ ਉਹ ਪੁੱਤ ਹੋਇਆ ਕਿ ਕਪੁੱਤ ਹੋਇਆ। ਜਿਵ ਸੁਨ ਖਾਨ ਵਿਮਨ ਹੈ ਰਹਿਓ, ਮੋਹਿ ਸੁਨਾਏ ਰਸਾਵਤ ਲਹਿਓ। ਔਰ ਪਠਾਨ ਦੇ ਬੱਚੇ ਨੂੰ ਸਮਝ ਵੀ ਆਉਣ ਲੱਗੀ, ਬਈ ਇਹਨਾਂ ਨੂੰ ਵੀ ਪਤਾ ਤੇ ਪਤਾ ਮੈਨੂੰ ਵੀ ਹੈ ਕਿ ਮੇਰੇ ਦਾਦੇ ਨੂੰ ਇਹਨਾਂ ਦੇ ਦਾਦੇ ਨੇ ਮਾਰਿਆ। ਇਹ ਕਿਤੇ ਮੈਨੂੰ ਤਾਂ ਨਹੀਂ ਗੁੱਸਾ ਚੜਾਈ ਜਾਂਦੇ ਵੀ ਤੂੰ ਮਾਰਦਾ ਕਿਉਂ ਨਹੀਂਗਾ, ਇਹ ਮੈਨੂੰ ਤਾਂ ਗੁੱਸਾ ਚੜਾ ਰਹੇ ਹਨ, ਇਹ ਮੈਨੂੰ ਹੀ ਕਹਿ ਰਹੇ ਹਨ। ਤੇ ਸੁਣ ਕੇ ਖਾਨ ਜਿਹੜਾ ਇਹਦੇ ਅੰਦਰਲਾ ਖੂਨ ਗਰਮ ਹੋਣ ਲੱਗਿਆ। ਇਹੋ ਪਿਤਾਮੇ ਮੋਰ ਪਿਤਾਮਾ, ਰਣ ਮੋਹਿ ਮਾਰ ਪਠਿਓ ਜਮ ਧਾਮਾ। ਇਹਨਾਂ ਦੇ ਦਾਦੇ ਨੇ ਜੰਗ ਦੇ ਮੈਦਾਨ ਵਿੱਚ ਮੇਰੇ ਦਾਦੇ ਨੂੰ ਮਾਰ ਕੇ ਜਮਾਂ ਦੇ ਧਾਮ ਭਾਵ ਮਾਰਨਾ ਕੀਤਾ ਹੈ ਜੀ। ਸੋ ਸਿਮਰਤ ਅਰ ਮੋਹ ਸੁਨਾਵੇ, ਕਿਆ ਕਾਰਨ ਕਛ ਲਖਿਓ ਨ ਜਾਵੇ। ਉਹ ਗੱਲ ਯਾਦ ਕਰਕੇ ਹੁਣ ਮੈਨੂੰ ਯਾਦ ਕਰਾਉਂਦੇ ਆ ਬਾਰ-ਬਾਰ, ਜਦੋਂ ਡਲ ਸਿੱਟਦੇ ਆ, ਜਦੋਂ ਨਰਦਾਂ ਲੁੱਟਦੇ ਆ ਉਸ ਦੀਆਂ, ਜਦੋਂ ਬਾਜੀ ਜਿੱਤ ਜਾਂਦੇ ਆ ਉਹਦੀ ਨਰਦ ਚੱਕ ਕੇ ਆਪਣੇ ਪਾਸੇ ਕਰ ਲੈਂਦੇ ਆ, ਤੇ ਨਾਲੇ ਕਹਿੰਦੇ ਆ ਉਹ ਕਾਹਦਾ ਪੁੱਤਰ ਹੈ ਜਿਹੜਾ ਆਪਣੇ ਦਾਦੇ ਪੜਦਾਦੇ ਦਾ ਪਿਓ ਦਾਦੇ ਦਾ ਬਦਲਾ ਨਾ ਲਵੇ, ਧ੍ਰਿਗ ਹੈ ਉਹਦੇ ਜੰਮਣ ਦੇ। ਜਬਾ ਜੋਗ ਭਾਖੈ ਬਚ ਭਲਾ, ਹੋਏ ਕਪੂਤ ਜੋ ਲਏ ਨਾ ਬਦਲਾ। ਔਰ ਜਥਾ ਜੋਗ ਭਾਖੇ ਬਚ ਭਲਾ, ਗੱਲ ਤਾਂ ਸਹੀ ਕਹਿੰਦੇ ਆ। ਜਿਹੜਾ ਆਪਣੇ ਦਾਦੇ ਪੜਦਾਦੇ ਦਾ ਪਿਓ ਦਾਦੇ ਦਾ ਬਦਲਾ ਨਹੀਂ ਲੈ ਸਕਦਾ, ਉਹ ਤਾਂ ਕਪੁੱਤ ਹੀ ਹੋਇਆ। ਇਤਿਆਦਿਕ ਵਿਚਾਰ ਬਹੁ ਰਹਿਓ, ਨਹਿ ਮਾਰਨ ਕੋ ਨਿਸ਼ਚੈ ਲਹਿਓ। ਔਰ ਇਸ ਤਰ੍ਹਾਂ ਗੁਰੂ ਪਿਆਰਿਓ, ਉਹ ਜਿਹੜਾ ਗੁਲਖਾਂ ਨਾਮ ਦਾ ਇਹ ਪਠਾਨ ਹੈ, ਸੋਚਾਂ ਵਿੱਚ ਪੈ ਗਿਆ ਮੈਂ ਕੀ ਕਰਾਂ। ਹੁਣੇ ਮੈਨੂੰ ਵਾਰ-ਵਾਰ ਕਹੀ ਜਾਂਦੇ ਆ ਮਾਰਨ ਵਾਸਤੇ, ਮੈਂ ਮਾਰਾਂ ਕਿ ਨਾ ਮਾਰਾਂ, ਇਹ ਵਿਚਾਰਾਂ ਦਿਮਾਗ ਦੇ ਵਿੱਚ ਆਉਣ ਲੱਗੀਆਂ ਇਹਦੇ। ਇੱਕ ਦੋ ਬਾਜੀ ਖੇਲ ਹਟਾਈ, ਪੁਨ ਚੌਪਰ ਕੋ ਕੀਨ ਉਠਾਈ। ਕਹਿੰਦੇ ਇੱਕ ਦੋ ਬਾਜੀਆਂ ਖੇਡੀਆਂ ਤੇ ਪਾਤਸ਼ਾਹ ਕਹਿੰਦੇ ਇਕੱਠੀ ਕਰ ਦਿਓ, ਚੌਪੜ ਰੱਖ ਦਿਓ। ਹਾਥ ਸ਼ਸਤ ਸ਼ਤਰੂ ਹੁਤ ਪਾਸੀ, ਕੋਈ ਕਪੂਤ ਕਰ ਸਕੈ ਨਾ ਨਾਸ਼ੀ। ਔਰ ਹੱਥ ਵੀ ਸ਼ਸਤਰ ਹੋਵੇ, ਸ਼ਤਰੂ ਕੋਲੇ ਬੈਠਾ ਹੋਵੇ, ਤੇ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ, ਉਹ ਕਾਹਦਾ ਪੁੱਤ ਹੈ, ਜੰਮਿਆ ਹੀ ਨਹੀਂ, ਉਹ ਕਪੁੱਤ ਹੀ ਹੋਇਆ। ਜੇ ਕੁਲੀਨ ਟਾੜਤ ਨਹੀਂ ਕਾਲਾ, ਮਾਰ ਲੇਤ ਹੈ ਕਰਤ ਉਤਾਲਾ। ਜਿਹੜੇ ਚੰਗੇ ਪੁੱਤ ਪੋਤਰੇ ਹੁੰਦੇ ਹਨ, ਉਹ ਸਮਾਂ ਵੇਖ ਕੇ ਸਮਾਂ ਲਗਾਉਂਦੇ ਨਹੀਂ, ਖਜਾਉਂਦੇ ਨਹੀਂ, ਉਹ ਤੁਰੰਤ ਆਪਣੇ ਦੁਸ਼ਮਣ ਨੂੰ ਮਾਰ ਲੈਂਦੇ ਆ। ਸੁਨ ਪਠਾਨ ਕੇ ਕੋਪ ਕਨੇਰੇ, ਜਥਾ ਸਰਪ ਸੁਪਤੇ ਕੋ ਛੇਰੇ। ਔਰ ਪਠਾਨ ਦੇ ਅੰਦਰ ਇਉਂ ਗੁੱਸਾ ਵੱਧ ਰਿਹਾ ਜਿਵੇਂ ਕੋਈ ਸੁੱਤੇ ਹੋਏ ਸੱਪ ਦੀ ਪੂਛ ਤੇ ਪੈਰ ਧਰ ਦੇਵੇ ਤੇ ਫੁਕਾਰੇ ਮਾਰਦਾ। ਕਹਿੰਦੇ ਉਸ ਪਠਾਨ ਦੇ ਮਨ ਵਿੱਚ ਗੁੱਸਾ ਵਧਾਈ ਜਾ ਰਹੇ ਹਨ। ਜਿਉ ਗੱਜ ਖੂਨੀ ਤੋਮਰ ਪ੍ਰੇਰੇ, ਕੰਕਰ ਸੋ ਜਿਉ ਕਹਿਰ ਛੇਰੇ। ਜਿਵੇਂ ਕੋਈ ਖੂਨੀ ਹਾਥੀ ਨੂੰ, ਭਿਆਨਕ ਹਾਥੀ ਨੂੰ ਕਣੀ ਹੁੰਦੀ ਹੈ ਵਰਸ਼ੇ ਦੀ, ਜਿਵੇਂ ਕੋਈ ਖੂਨੀ ਹਾਥੀ ਨੂੰ ਵਰਸ਼ੇ ਦੇ ਨਾਲ, ਨੇਜੇ ਦੇ ਨਾਲ ਛੇੜੇ ਤੇ ਉਹ ਹਾਥੀ ਮਗਰ ਪੈ ਜਾਂਦਾ ਹੈ, ਇਸੇ ਤਰ੍ਹਾਂ ਹੀ ਜਿਵੇਂ ਕੋਈ ਜੰਗਲ ਦੇ ਵਿੱਚ ਸ਼ੇਰ ਦੇ ਵੱਲ ਡਲਾ ਮਾਰੇ। ਤਿਮ ਪਠਾਨ ਲੈ ਦੀਰਘ ਸਵਾਸਾ, ਸੋਚਤ ਰਹਿਓ ਤੋ ਗੁਰ ਪਾਸਾ। ਤੇ ਪਠਾਨ ਜਿਹੜਾ ਹੈ ਲੰਮੇ ਲੰਮੇ ਸਾਹ ਲੈਣ ਲੱਗਿਆ, ਇਹਦਾ ਦਿਲ ਦੀ ਧੜਕਣ ਵੀ ਵੱਧ ਗਈ ਹੈ ਵੀ ਇਹ ਮੈਨੂੰ ਬਾਰ-ਬਾਰ ਇਦਾਂ ਦੇ ਗੱਲਾਂ ਕਹਿ ਰਹੇ ਹਨ, ਮੈਂ ਕਰਾਂ ਤਾਂ ਕੀ ਕਰਾਂ। ਜਾਨਾ ਸਮਾ ਜਾਨ ਕੋ ਧੰਮ, ਉਠਿਓ ਕੋਪ ਦਰਿਕਨ ਸਲਾਮੋ। ਔਰ ਹੁਣ ਜਾਣ ਦਾ ਸਮਾਂ ਹੋ ਗਿਆ, ਸਮਾਪਤੀ ਦਾ ਸਮਾਂ ਹੋ ਗਿਆ। ਉੱਠਿਆ ਤੇ ਉੱਠ ਕੇ ਇਸ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਜੀ। ਸਮੁਖ ਨਾ ਦੇਖ ਸਕੈ ਮਨ ਕਰਿਓ, ਤਬੇ ਇਨਾਮ ਦਿਵਾਵਨ ਕਰਿਓ। ਹੁਣ ਇਸ ਨੇ ਅੱਖ ਨਹੀਂ ਮਲਾਈ ਕੱਲ ਵਾਂਗੂ, ਜਿਵੇਂ ਕੱਲ ਪਰਸੋਂ ਚੌਥੇ ਇਸ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਖੁਸ਼ੀ ਖੁਸ਼ੀ ਨਾਲ ਦੇਖਿਆ ਸਤਿਗੁਰਾਂ ਵੱਲ, ਸਤਿਗੁਰਾਂ ਨੇ ਇਹਦੇ ਵੱਲ ਦੇਖਿਆ। ਅੱਜ ਇਹਦੇ ਮਨ ਵਿੱਚ ਗੁੱਸਾ ਵਧਿਆ ਹੋਇਆ ਗੁਰੂ ਪਿਆਰਿਓ।
ਤੇ ਉਸ ਗੁੱਸੇ ਦੇ ਕਾਰਨ ਜਿਹੜਾ ਹੈ ਇਸ ਨੇ ਸਤਿਗੁਰਾਂ ਦੇ ਵੱਲ ਅੱਖ ਨਾ ਮਿਲਾਈ। ਪਰ ਸਤਿਗੁਰ ਜੀ ਨੇ ਫੇਰ ਵੀ ਖਜ਼ਾਨਚੀ ਨੂੰ ਕਿਹਾ, ਪੰਜ ਰਜਤਨ ਲੈ ਚਲ ਆਇਓ, ਚਿੱਤ ਚਿੰਤਾ ਬੜ ਨਦੀ ਬਹਾਇਓ। ਔਰ ਪਾਤਸ਼ਾਹ ਖਜ਼ਾਨਚੀ ਨੂੰ ਕਹਿੰਦੇ ਵੀ ਇਹਨੂੰ 5 ਰੁਪਏ ਚਾਂਦੀ ਦੇ ਇਨਾਮ ਦੇ ਦੇ। ਹੁਣ 5 ਰੁਪਏ ਵੀ ਇਹਨੇ ਢਿੱਲੇ ਜੇ ਮਨ ਨਾਲ ਫੜ ਕੇ ਜੇਬ ਵਿੱਚ ਪਾ ਲਏ ਆ, ਖੀਸੇ ਵਿੱਚ ਪਾ ਲਏ ਨਾ, ਪਰ ਅੰਦਰ ਕਹਿੰਦੇ ਚਿੰਤਾ ਦੀ ਨਦੀ ਵਿੱਚ ਵਹਿ ਤੁਰਿਆ ਤੇ ਇਸੇ ਤਰ੍ਹਾਂ ਸੋਚਾਂ ਸੋਚਦਾ ਗੱਟੀਆਂ ਗਿਣਦਾ ਘਰੇ ਪਹੁੰਚਿਆ। ਬੈਠੋ ਜਨਨੀ ਕੇਟਿ ਜਾਇਓ, ਨਹਿ ਬੋਲਤ ਮਨ ਮਨਹੁ ਹਰਾਇਓ। ਔਰ ਆ ਕੇ ਘਰੇ ਆਪਣੀ ਮਾਂ ਦੇ ਕੋਲ ਬੈਠ ਗਿਆ ਔਰ ਪਿਛਲੇ ਦਿਨਾਂ ਦੇ ਵਿੱਚ ਬੜਾ ਖੁਸ਼ ਆ ਕੇ ਗੁਰੂ ਸਾਹਿਬ ਦੀਆਂ ਗੱਲਾਂ ਸੁਣਾਉਂਦਾ ਸੀਗਾ। ਅੱਜ ਪਤਾ ਨਹੀਂ ਢਿੱਲਾ ਜਿਹਾ ਮੂੰਹ ਕੀਤਾ ਹੋਇਆ ਹੈ ਤੇ ਮਾਂ ਦੇ ਕੋਲ ਬੈਠ ਗਿਆ, ਕੁਝ ਬੋਲਿਆ ਨਹੀਂ। ਬੂਝਤ ਹੈ ਸੁਤ ਕਯੋ ਅਨਮਨੋ, ਕਹਾਂ ਬਿਗਾਰਿਓ ਕਾਰਜ ਘਨੋ। ਔਰ ਮਾਂ ਪੁੱਛਣ ਲੱਗੀ ਵੀ ਪੁੱਤਰਾ ਕੀ ਗੱਲ ਹੋ ਗਈ, ਤੇਰਾ ਮਨ ਅੱਜ ਠੀਕ ਨਹੀਂ ਲੱਗਦਾਗਾ, ਕੀ ਗੱਲ ਤੈਨੂੰ ਅੱਜ ਪਿਆਰ ਨਹੀਂ ਕੀਤਾ ਮਹਾਰਾਜ ਨੇ? ਨਹੀਂ ਬਦਨ ਪੂਰਬ ਸਮਹੇਰੋ, ਚਿੰਤਾ ਵਸੀ ਕਹਾਂ ਚਿਤ ਤੇਰੋ। ਔਰ ਤੇਰਾ ਚਿਹਰਾ ਅੱਜ ਕੱਲ ਵਰਗਾ ਨਹੀਂ ਆ ਖੁਸ਼, ਤੇਰਾ ਬਦਨ ਤੇਰਾ ਚਿਹਰਾ ਜਿਹੜਾ ਹੈ ਅੱਜ ਕੱਲ ਵਾਂਗੂ ਖੁਸ਼ੀ 'ਚ ਨਹੀਂ ਹੈ, ਤੇਰੇ ਮਨ ਵਿੱਚ ਕੈਸੀ ਚਿੰਤਾ ਹੈ। ਸੁਨ ਮਾਤਾ ਤੇ ਸਰਬ ਬਿਰਤੰਤ, ਕਰਿਓ ਸੁਨਾਵਨ ਆਪਨ ਮਤੰਤ। ਜਦੋਂ ਮਾਂ ਨੇ ਬਾਰ-ਬਾਰ ਪੁੱਛਣਾ ਕੀਤਾ ਨਾ ਉਸ ਨੂੰ ਬਈ ਕੀ ਕਾਰਨ ਹੈ ਪੁੱਤਰਾ, ਤੂੰ ਅੱਜ ਖੁਸ਼ ਕਿਉਂ ਨਹੀਂ ਹੈ? ਗੁਰੂ ਸਾਹਿਬ ਕੋਲ ਜਾ ਕੇ ਆਏ ਹੈ, ਕੱਲ ਪਰਸੋਂ ਚੌਥੇ ਤਾਂ ਬੜੀਆਂ ਸਿਫਤਾਂ ਕਰਦਾ ਸੀ ਗੁਰੂ ਸਾਹਿਬ ਦੀਆਂ, ਤੇ ਅੱਜ ਤੈਨੂੰ ਕੀ ਹੋ ਗਿਆ? ਇਹ ਫਿਰ ਦੱਸਣ ਲੱਗੇ ਆਪਣੀ ਮਾਤਾ ਨੂੰ। ਹਮ ਪਠਾਨ ਕੇ ਪੁੱਤ ਕਸੈਲੇ, ਸ੍ਰੀ ਗੁਰੂ ਪੂਰਬ ਬਾਤ ਚਤੇਲੇ। ਕਹਿਣ ਲੱਗਿਆ ਮਾਂ ਅਸੀਂ ਪਠਾਨ ਹੁੰਨੇ ਆ ਔਰ ਅਸੀਂ ਕਿਸੇ ਦੀ ਗੱਲ ਝੱਲਦੇ ਨਹੀਂ ਗੇ, ਅਸੀਂ ਬੜੇ ਗੁੱਸੇ ਵਾਲੇ ਹੁੰਨੇ ਆ, ਬੜੇ ਜੋਸ਼ ਵਾਲੇ ਹੁੰਨੇ ਆ, ਤੇ ਜਿਹੜੇ ਗੁਰੂ ਸਾਹਿਬ ਹੈ ਨਾ ਉਹ ਪੁਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਆ। ਕੋਈ ਸਤਨਾਮ ਸੀ ਪਿਛਲੇ ਦਿਨੀ ਤਾਂ ਬੜਾ ਪਿਆਰ ਕੀਤਾ, ਪਰ 2 ਦਿਨ ਹੋ ਗਏ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਮੈਨੂੰ ਗੁੱਸਾ ਆਈ ਜਾਂਦਾ ਹੈ। ਪੂਰਬਲੀ ਬਾਤ ਚਤੈਲੇ, ਪਿਛਲੀ ਗੱਲ ਯਾਦ ਕਰਵਾਉਂਦੇ ਐ। ਬੈਨ ਬਾਨ ਤੇ ਬਦਨ ਕੀਨਾ, ਛੇਕ ਕਰੇਜੇ ਮਹਿ ਕਰ ਦੀਨਾ। ਔਰ ਉਹਨਾਂ ਦੇ ਬਚਨਾਂ ਦੇ ਤੀਰਾਂ ਨੇ ਮੇਰਾ ਤਾਂ ਕਲੇਜਾ ਛੜਨੀ ਕਰ ਦਿੱਤਾ ਹੈ। ਭਾਵ ਜੋ ਸਤਿਗੁਰ ਨੇ ਇਸ ਨੂੰ ਕਿਹਾ ਬਾਰ-ਬਾਰ, ਉਹ ਕਾਹਦਾ ਪੁੱਤਰ ਹੈ ਜਿਹੜਾ ਆਪਣੇ ਦਾਦੇ ਪੜਦਾਦੇ ਪਿਓ ਦਾਦੇ ਦਾ ਬਦਲਾ ਨਾ ਲਵੇ? ਉਹ ਕੋਈ ਪੁੱਤ ਹੋਇਆ? ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰਾ ਤਾਂ ਕਲੇਜਾ ਛਾਣਨੀ ਹੋ ਗਿਆ ਮਾਤੇ। ਘਾਤ ਕਰਤ ਮੈਂ ਸੋਚਤ ਰਹਿਓ, ਕਈ ਵਾਰ ਮੋਸੋ ਅਸ ਕਹਿਓ। ਜਦੋਂ ਮੈਨੂੰ ਬਾਰ-ਬਾਰ ਹੀ ਕਹੀ ਜਾਂਦੀ ਆ ਕਪੁੱਤ ਕਪੁੱਤ ਕਪੁੱਤ, ਮੈਂ ਦੱਸ ਕੀ ਕਰਾਂ? ਮੈਂ ਤਾਂ ਕਈ ਵਾਰੀ ਸੋਚਿਆ, ਕੋਲੇ ਖੰਜਰ ਵੀ ਪਿਆ ਸੀਗਾ ਇੱਕ ਬੜਾ ਤਿੱਖਾ, ਮੈਂ ਤਾਂ ਕਈ ਵਾਰੀ ਸੋਚਿਆ ਕਿ ਮੈਂ ਹਮਲਾ ਕਰ ਹੀ ਦੇਵਾਂ, ਫਿਰ ਇਹਨਾਂ ਦੇ ਦਾਦੇ ਨਹੀਂ ਮਾਰੇ ਆ, ਫਿਰ ਮੈਂ ਆਪਣਾ ਹਿਸਾਬ ਕਿਤਾਬ ਕਰ ਲਵਾਂ। ਪਰ ਪਠਾਨੀ ਸੁਤ ਕੋ ਵਰਜਿਓ, ਮਾਰ ਨ ਮਰਨੇ ਤੇ ਚਿਤ ਲਰਜਿਓ। ਇਹਦੀ ਮਾਂ ਕਹਿੰਦੀ ਨਹੀਂ ਪੁੱਤ, ਉਹ ਗੱਲ ਨਿਬੜੀ ਹੋਈ, ਦਾਦਿਆਂ ਦੀ ਗੱਲ ਹੈ, ਕੋਈ ਗੱਲ ਨਹੀਂ, ਜੰਗ ਦੇ ਮੈਦਾਨ 'ਚ ਮਰ ਗਿਆ, ਤੂੰ ਇਹ ਗੱਲ ਨੂੰ ਅੱਗੇ ਨਹੀਂ ਵਧਾਉਣਾਗਾ, ਐਸੀ ਕੋਈ ਗੱਲ ਨਹੀਂ ਕਰਨੀ। ਗੁਰ ਕੇ ਕਹਿਣ ਦੇਹੋ ਜਿਮ ਕਾਹੇ, ਸਦਾ ਪਾਲ ਤੇ ਹਮਕੋ ਰਹੇ। ਉਹ ਕੋਈ ਨਹੀਂ, ਜਿਵੇਂ ਕਹਿੰਦੇ ਆ ਕਹੀ ਜਾਣ ਦਿਓ, ਤੂੰ ਗੁੱਸਾ ਨਹੀਂ ਕਰਨਾਗਾ, ਕਿਉਂਕਿ ਪੁੱਤਰਾ ਤੇਰੇ ਦਾਦੇ ਨੇ ਜਦ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿਣਾ ਕੀਤਾ ਸੀ, ਉਹਨਾਂ ਨੇ ਦਾਤਾਂ ਵੀ ਬਹੁਤ ਦਿੱਤੀਆਂ ਸੀਗੀਆਂ। ਜਿਸ ਵੇਲੇ ਪੈਂਦੇ ਖਾਂ ਪਠਾਨਾਂ ਦੇ ਨਾਲ ਗੁਰੂ ਸਾਹਿਬ ਕੋਲ ਫੌਜ ਵਿੱਚ ਭਰਤੀ ਹੋਣ ਵਾਸਤੇ ਆਇਆ ਸੀ, ਤਾਂ ਹਰਗੋਬਿੰਦ ਸਾਹਿਬ ਜੀ ਨੇ ਭਰਤੀ ਖੋਲ੍ਹੀ ਸੀ ਨਵੀਂ ਬਈ ਮੈਨੂੰ ਨੌਜਵਾਨ ਚਾਹੀਦੇ ਹਨ ਫੌਜੀ ਬਣਾਉਣ ਵਾਸਤੇ, ਔਰ ਘੋੜੇ ਚਾਹੀਦੇ ਆ, ਸ਼ਸਤਰ ਚਾਹੀਦੇ ਆ। ਪਠਾਨਾਂ ਨੂੰ ਪਤਾ ਲੱਗਿਆ ਹੁਣ ਕਿਤੇ ਨੌਕਰੀ ਨਹੀਂ ਸੀ ਮਿਲਦੀ, ਉਹ ਇਕੱਠੇ ਹੋ ਕੇ 300-400 ਪਠਾਨ ਆ ਗਏ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਸਾਨੂੰ ਰੱਖ ਲਓ। ਪਰ ਪਾਤਸ਼ਾਹ ਜੀ ਨੇ ਉਹਨਾਂ ਪਠਾਨਾਂ ਨੂੰ ਤਾਂ ਨਾ ਰੱਖਿਆ। ਕਹਿਣ ਲੱਗੇ ਨਿੱਕਾ ਜਿਹਾ ਬੱਚਾ ਕਿਹਦਾ ਹੈ? ਕਹਿੰਦੇ ਜੀ ਇਸ ਦਾ ਮਾਂ ਪਿਓ ਗੁਜ਼ਰ ਚੁੱਕਿਆ, ਇਹਦਾ ਮਾਂ ਪਿਓ ਹੈ ਨਹੀਂ ਗਾ, ਇਹ ਨਾਨਕੇ ਰਹਿੰਦਾ, ਛੋਟੇ ਮੀਰ ਮਾਮੇ ਕੋਲੇ ਰਹਿੰਦਾ, ਮਾਮਾ ਇਹਦੀ ਪਾਲਣਾ ਪੋਸ਼ਣਾ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਕਿ ਤਾਂ ਹੀਰਾ ਹੈ, ਕਿਉਂਕਿ ਕੱਦ ਕਾਠ ਡੀਲ ਡੌਲ ਸਤਿਗੁਰਾਂ ਨੇ ਜੱਜਮੈਂਟ ਕੀਤੀ ਵੀ ਵਧੀਆ ਯੋਧਾ ਬਣ ਸਕਦਾ ਇਹ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਇਹਨੂੰ ਸਾਡੇ ਕੋਲੇ ਛੱਡ ਜਾਓ, ਇਹਦੀ ਪਾਲਣਾ ਪੋਸ਼ਣਾ ਸੰਭਾਲ ਅਸੀਂ ਕਰਾਂਗੇ, ਇਹਨੂੰ ਅਸੀਂ ਯੋਧਾ ਬਣਾਵਾਂਗੇ। ਤੇ ਗੁਰੂ ਪਿਆਰਿਓ ਉਹਨਾਂ ਪਠਾਨਾਂ ਨੇ ਉਹ ਬੱਚਾ ਸਤਿਗੁਰਾਂ ਕੋਲ ਛੱਡ ਦਿੱਤਾ ਤੇ ਆਪ ਜੀ ਨੇ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਸੁਣਿਆ
कि किस तरह सतगुरां ने इस पैंदे खान पठान नूं बचपन तो ऐसियां ऐसियां खुराकां देनियां, वरजिशां कराउणियां, इहदे नाल गुरु प्यारो कसरतां आप भी करनियां। और गुरु प्यारो इह 'च इन्ना पावर आ गई सी कि 2 घोड़ियां दे फड़ के सिर भी पढ़ा सकदा सी, हाथी नूं फड़ के रोक सकदा सी, इन्नी पावर आ गई। पर उस पावर नूं लैके इनू हंकार हो गया। 10 वस्तु लै पाछै पावै, एक वस्त कारण बिखोट गवावै, एक भी ना दे 10 भी हिर ले, तो मूड़ा कहो कहाँ करे। उस पैंदे खान पठान ने गुरु प्यारिओ जिस वेले इस पैंदे खान के घर एक धी पैदा हुई तो उस लड़की का विआह किया तो जवाई आया। तो इधर हरगोबिंद साहब महाराज जी ने अपने कोलों इस पैंदे खान पठान नूं एक बड़ी सुंदर तलवार और बड़ा सुंदर एक लंबा चोला, एक दस्तार दिती और घोड़ा दिता, तो कहा भी ऐदा कर पैंदे खान, हुण तू ना साडे कोले आ वस्त्र शस्त्र पहन के आया कर, तू मेरा योद्धा है। तो गुरु प्यारे 2 दिन तो पहन के आया, तो इतने किते दा जवाई आ गया। तो जवाई कह लग्या बापू तू तो हो गया बुढ़ा, उन्हें मैनू दे समान, ये साडे जवानां दे जचदा। पैंदे खान ने बड़ी कोशिश की भी ना देवा, पर इहदी घरवाल ने ऐसे ताने मारे, उन्हें धक्के दे नाल समान ले लिया। तो जब गुरु साहब दे कोल किते पैंदे खान आया तो पातशाह कहने की कर बई, वो वस्त्र शस्त्र नहीं पा के आया। इन्हें टाल मटोल जी की। इतने गुरु प्यारो एक बाज सतगुरां दा उड़िया जिहड़ा इन्हां दे घर चलिया गया, तो वह बाज इस दे जवाई ने लुको लिया। तो वह पठान पैंदे खान नूं पुछया, इन्हें भी झूठ बोलता जवाई की इज्जत रखने वास्ते। उतों फिर पैंदे खान दे नाल लड़ाई हुई गुरु प्यारिओ। उस लड़ाई दे विच फिर पैंदे खान नूं मारना पिया, जदों कि वह पठानां दे नाल रल के सतगुरां दी एंटी ही लड़न वास्ते आ गया, शाहजहां दे पठानां नाल रल के। तो सतगुरां ने उस पैंदे खान नूं इस करके मारना कीता सी। हुण इहदी मां नूं भी पता है कि जिहड़ा मेरा सहुरा दादा सहुरा सीगा उसका कारण की सी मौत दा। ते जिस वेले गुरु प्यारिओ इसने आके दसिया कि मेरे नालों पुरानियां गल्लां छेड़ के बह जांदे आ, ते मैनूं कहिंदे आ वो काहदा पुत्र है, वो तो कपूत ही होया जिहड़ा अपने प्यो दादे दा बदला ना लवे। ते मां कहन लगी पुत्रा वो कुछ भी कही जाण, तू कोई गल नहीं करनी। तूने कह रसियो ना मिर्द बच कहियो, गुरसो संत सदा सुख लहो। तू उन्हां दीयां गल्लां दा गुस्सा नहीं करनागा, तू उन्हां दीयां गल्लां सुन के गुस्सा नहीं करना, मिठा बोलना है। जिवें वो कहंदे आ करी जाण दिओ, आपां उन्हां नाल मिलाप बना के रखना है। इस घर ने साडी पालना पोषणा कीती आ। अल्प बैस तू तरन न भइयो, चौ जीवन अपनाओ हित लियो। और पुत्रा वेखी किते इहो जिहा काम कर लवे, तेरा जीवन ते भी दात ही लग जावेगा। तू अपने आप नूं बचा, तू हजे बच्चा है। जो श्री गुरु के तर बिगाड़े, सिंह अनेक तुरत ही मारे। जेड़े गुरु दे नेड़े जाण वाला कोई बिगड़ जांदा है ना, ते गुरु दे सिंह फड़ के उहनूं तुरत ही मार दिंदे है। तू आपदी जान बचा, एवें ना उत्थे कोई ऐसी वैसी गल करी। तुझ ते देद धर्म हित करे, हस्त होए कुछ कोप ना धरे। तैनूं इनाम दिंदे आ, रोज तेरे नाल खेडदे आ, गल्लां बातां करदे आ, खुश हुंदे आ, तैनूं खुश करदे आ। तैनूं कोई गुस्सा तो नहीं करते तेरे नाल? बहुत समझायो तो ना तिसते मन ठहरायो। बेबे ने कहंदे बड़ा समझाया भी कोई गल नहीं, हो जो कहंदे आ कही जाण दिओ, तू ऐसा कोई कर्म नहीं करना। पर इहदे मन दे विच पातशाह जी ने ऐसे बचनां दे तीर मारे कि इहदा दिल हिला के रख दिता है। चितवत चित सुपतयो पर राती, चित मैं रड़कत उठियो प्राती। तो रात नूं सौं तां गया, पर सौंदे होए भी दिमाग विच ओही गल्लां चलदियां रहियां। बई मैनू कपूत कह दिता, मैनू पठान दे पुत्तर नूं ऐदियां ऐसियां गल्लां कह दित्तियां, मैथों नहीं झल्लियां जांदियां। उसे गुस्से में सुता ते उसे गुस्से में तड़के उठिया। थूक जन्म भाख्यो व्यापारी, होत कपूत सनाए उचारी। मैं थुकदा इहो जे जन्म ते जिहड़ा अपने प्यो दादे दा बदला ना लवे। मैनू किन्ने बारी उन्हां ने कपूत कहा, ये गल ठीक नहीं है। खान पान कर दिवस गुजारा, पैरों समो निहारा। तां गुरु प्यारिओ तड़के उठिया, इशनान आदि कीती, भोजन प्रशादा छकिया गुरु प्यारिओ, और दिन बतीत होया, दोपहरा टप गया।
एक जाम दिन ते चल गयो कर सलाम को हेरत भयो। ਇੱਕ ਪਹਿਰ ਰਹਿੰਦੇ ਚਲਿਆ ਗਿਆ। ਇਸ ਵੇਲੇ ਪਿਛਲੇ ਜੇ ਪਹਿਰੇ ਜਾਇਆ ਕਰਦਾ ਸੀ ਰੋਜ਼, ਉਸ ਟਾਈਮ ਦੇ ਨਾਲ ਇਹ ਫੇਰ ਅੱਜ ਸਤਿਗੁਰਾਂ ਦੇ ਕੋਲ ਚਲਿਆ ਗਿਆ। ਭਾਵੀ ਪ੍ਰੇਰਿਓ ਦਰਸ਼ਨ ਕੀਨ ਸ੍ਰੀ ਪ੍ਰਭੂ ਕਹੇ ਕਿ ਆਦਰ ਦੀਨ। ਭਾਵੀ ਦਾ ਪ੍ਰੇਰਿਆ ਹੋਇਆ ਭਾਵ ਜੋ ਅੱਜ ਇਹਦੇ ਕੋਲੋਂ ਕੰਮ ਕਰਾਉਣਾ ਸੀ ਭਾਵੀ ਨੇ, ਉਹ ਕਰਨ ਵਾਸਤੇ ਇਹ ਚਲਿਆ ਗਿਆ। ਪਹਿਲਾਂ ਦਰਸ਼ਨ ਕੀਤੇ, ਮੱਥਾ ਟੇਕਿਆ, ਨਮਸਕਾਰ ਕੀਤੀ, ਸਤਿਗੁਰਾਂ ਨੇ ਉਸੇ ਪਿਆਰ ਨਾਲ ਆਪਣੇ ਕੋਲ ਬਿਠਾਇਆ। ਨਿਕਟ ਬਿਠਾਏ ਸਰਾਹਨ ਲਾਗੇ ਖਾਨਨ ਬੰਸਨਾ ਤਜਰਨ ਭਾਗੇ। ਔਰ ਬਹੁਤ ਬਈ ਬਹੁਤ ਚੰਗਾ ਤੇ ਗੁਲ ਖਾਂ ਜਿਹੜੇ ਖਾਨ ਹੁੰਦੇ ਆ ਨਾ, ਉਹ ਜੰਗ ਦੇ ਮੈਦਾਨ ਨੂੰ ਛੱਡ ਕੇ ਨਹੀਂ ਭੱਜਦੇ ਕਦੇ। ਜਿਹੜੇ ਖਾਨ ਹੁੰਦੇ ਆ ਨਾ, ਖਾਨ ਪਠਾਨ ਬੜੇ ਤਕੜੇ ਹੁੰਦੇ ਆ। ਤੂੰ ਤਾਂ ਬੜਾ ਯੋਧਾ ਹੈ, ਯੋਧਾ। ਵੇਖੀ ਕਿਤੇ ਜੰਗ ਦੇ ਮੈਦਾਨ ਚੋਂ ਭੱਜ ਜੇ। ਲੜਦੇ ਕਰ ਹੈ ਪ੍ਰਾਨ ਨਾ ਪਿਆਰੇ ਕਟਵਾਕਨ ਕੋ ਨਹੀਂ ਸਹਾਰੇ। ਉਹ ਲੜਦੇ ਹੋਏ ਜਿਹੜੇ ਪਠਾਨ ਹੁੰਦੇ ਆ ਨਾ, ਉਹ ਜੰਗ ਦੇ ਮੈਦਾਨ ਚੋਂ ਛੱਡ ਕੇ ਨਹੀਂ ਭੱਜਦੇ, ਆਪਣੀ ਜਾਨ ਬਚਾਉਣੀ ਨਹੀਂ ਚਾਹੁੰਦੇ। ਕੱਟ ਬਚਨਾਂ ਨੂੰ, ਕੌੜੇ ਬਚਨਾਂ ਨੂੰ ਸੁਣ ਕੇ ਝੱਲਦੇ ਨਹੀਂ। ਕਬੂ ਸਮਾ ਕੋਚਕ ਬਣ ਜਾਵੇ ਸ਼ਸਤਰ ਸਭਾ ਮੈਂ ਰਿਪ ਕੋ ਆਘਾਵੇ। ਕਦੀ ਇਹੋ ਜਿਹਾ ਸਮਾਂ ਆ ਜਾਵੇ ਤੇ ਦੁਸ਼ਮਣ ਨੂੰ ਮਾਰ ਲੈਂਦੇ ਐ। ਐਸੀ ਬਾਤਨ ਤੇ ਗਰਮਾਏ ਪੁਨ ਚੌਪਰ ਕੋ ਦਈ ਵਿਛਾਏ। ਇਹੋ ਜੀਆਂ ਗੱਲਾਂ ਅੱਜ ਫੇਰ ਮੇਰੇ ਪ੍ਰੀਤਮ ਜੀ ਨੇ ਇਹਦੇ ਨਾਲ ਕੀਤੀਆਂ ਤੇ ਸਿੱਖਾਂ ਨੂੰ ਕਹਿੰਦੇ ਲਿਆਓ ਬਈ ਸਾਰ ਪਾਸੇ ਵਾਲੀ ਖੇਡ ਖੇਡਣਾ ਕਰੀਏ ਇਹਦੇ ਨਾਲ ਆਪਾਂ। ਤੇ ਚੌਪੜ ਜੋ ਸਾਰ ਪਾਸੇ ਦੀ ਚਾਦਰ ਹੁੰਦੀ ਆ, ਉਹ ਲਿਆਈ, ਡੱਲਾਂ ਨਰਦਾਂ ਲਿਆਂਦੀਆਂ ਤੇ ਵਿਛਾ ਲਈ ਹੈ। ਖੇਲਤ ਬਾਜੀ ਨਦ ਪ੍ਰਹਾਰੇ ਕਟਵਾਕਨ ਤੇ ਤਰਕ ਉਚਾਰੇ। ਔਰ ਖੇਡਦੇ ਹੋਏ ਗੁਰੂ ਪਿਆਰਿਓ ਨਰਦਾਂ ਨੂੰ ਜਿੱਤਦੇ ਹਨ, ਡੱਲ ਸਿੱਟਦੇ ਹੈ ਜਦੋਂ ਬਾਰ-ਬਾਰ ਹਿਲਾ ਕੇ ਉਹ ਗੋਲੀ ਚੌਰਸ ਜਾਂ ਪੀਸ ਜਿਹਦੇ ਉੱਤੇ 1 2 3 5 ਆਦਿ ਇਹ ਬਣਾਏ ਹੁੰਦੇ ਆ ਖਾਨੇ, ਤਾਂ ਉਹ ਡੱਲ ਨੂੰ ਸਿੱਟਿਆ ਔਰ ਜਿੱਤਦੇ ਹੈ। ਉਹਦੀ ਨਰਦ ਨੂੰ ਜਿੱਤ ਕੇ ਆਪਣੇ ਖਾਨੇ ਵਿੱਚ ਰੱਖ ਲੈਂਦੇ ਹੈ। ਤੇ ਨਾਲੇ ਕਹਿੰਦੇ ਹਨ ਜਿਵੇਂ ਤੁਸੀਂ ਆ 12 ਮੀਟੀ ਖੇਡਣ ਵਾਲੇ ਜੋ ਜਿੱਤ ਜਾਂਦੇ ਆ, ਉਦੋਂ ਹਾਰਨ ਵਾਲੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਤਰਕ ਜੇ ਦਿੰਦੇ ਆ, ਤੇ ਸਤਿਗੁਰੂ ਪਾਤਸ਼ਾਹ ਨੂੰ ਤਰਕ ਵੀ ਦਿੰਦੇ ਆ ਨਾਲ। ਜਦੋਂ ਨਰਦ ਨੂੰ ਜਿੱਤ ਲੈਂਦੇ ਆ, ਚੱਕ ਕੇ ਆਪਣੇ ਪਾਸੇ ਰੱਖ ਲੈਂਦੇ ਆ, ਤੇ ਨਾਲੇ ਕੀ ਕਹਿੰਦੇ ਆ, ਸ਼ਾਸਤਰ ਸਭਾ ਮੈਂ ਰਿਪ ਕੋ ਘਾਵੇ। ਜੇ ਕਿਤੇ ਕੁਦਰਤੀ ਚਾਣ ਚੱਕ ਪਰਮੇਸ਼ਰ ਸਮਾਂ ਦੇ ਦੇਵੇ, ਸ਼ਾਸਤਰ ਕੋਲੇ ਹੋਵੇ ਤੇ ਦੁਸ਼ਮਣ ਕੋਲੇ ਹੋਵੇ, ਫਿਰ ਸਮਾਂ ਨਹੀਂ ਲਾਉਣਾ ਚਾਹੀਦਾ। ਪਿਤਾ ਪਿਤਾ ਮੇ ਲੈ ਨਾ ਬਦਲਾ ਥੁਕ ਜਨਮ ਤੇ ਕਾਇਰ ਤੇ ਦਿਲਾ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਪਣੇ ਦਾਦੇ ਪੜਦਾਦੇ ਦਾ ਬਦਲਾ ਹੀ ਨਹੀਂ ਲੈ ਸਕਦਾ, ਥੁੱਕ ਹੈ ਉਹਦੇ ਜਨਮ ਤੇ, ਭਾਵ ਦੁਰਫਿੱਟੇ ਉਹਦੇ ਜੰਮਣ ਦੇ। ਇਹ ਤਾਂ ਕਾਰ ਹੋਇਆ ਬੰਦਾ, ਫਿਰ ਉਹ ਯੋਧਾ ਥੋੜਾ ਹੀ ਹੋਇਆ। ਦਇਆ ਮਨ ਤੇ ਲਾਨਤ ਕੀਦੀ ਕਯੋ ਜਨਮਿਓ ਜਨਨੀ ਤੇ ਗੀਦੀ। ਜਿਹੜਾ ਮਰਨ ਤੋਂ ਹੀ ਡਰਦਾ ਹੈ, ਉਹ ਕਾਹਦਾ ਪਠਾਨ ਹੈ ਤੇ ਕਾਹਦਾ ਖਾਨ ਹੈ ਤੇ ਕਾਹਦਾ ਯੋਧਾ ਹੈ? ਉਹ ਗਿੱਦੜ ਹੋਇਆ, ਗਿੱਦੜ। ਕਿਉਂ ਜਨਮਿਓ ਜਨਨੀ ਤੇ ਗੀਦੀ। ਇਹੋ ਜਿਹਾ ਗਿੱਦੜ ਮਾਂ ਨੇ ਕਿਉਂ ਜੰਮਿਆ? ਨਹੀਂ ਸੂਰਮੇ ਕੋ ਸੁੱਤ ਸੋਈ ਦਿਲ ਗੀਦੀ ਤੇ ਪਰਖ ਨਾ ਹੋਈ। ਤਾਂ ਉਸ ਤੋਂ ਜੱਜਮੈਂਟ ਹੋ ਜਾਂਦੀ ਹੈ ਵੀ ਇਹ ਸੂਰਮਾ ਨਹੀਂ ਹੈ, ਇਹਦਾ ਦਿਲ ਗਿੱਦੜਾਂ ਵਰਗਾ ਹੈ, ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਹੀ ਨਹੀਂ ਲੈ ਸਕਦਾ, ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਕਰੇ ਪ੍ਰਾਣ ਪ੍ਰੇਮ ਮਾਰਨ ਮਰੈ ਥੁਕ ਜਨਮ ਪਇਓ ਆਇਓ ਧਰੈ। ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ, ਜਿਹੜਾ ਆਪਣੀ ਜਾਨ ਨੂੰ ਬਚਾ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ, ਪਰ ਆਪਣੇ ਪਿਛਲੇ ਜਿਹੜੇ ਦਾਦੇ ਪੜਦਾਦਿਆਂ ਦੇ ਕਾਰਨ ਹੁੰਦੇ ਆ, ਉਹਨਾਂ ਨੂੰ ਜਾਣ ਕੇ ਉਹਨਾਂ ਦਾ ਬਦਲਾ ਨਹੀਂ ਲੈਂਦਾ। ਇਮ ਛੇਰਤ ਬਹੁਤ ਜਿਮ ਗੱਜ ਖੁੰਨੀ ਜਾਗਤ ਰਿਸ ਮਨ ਦੂਨ ਚੋਚੋਨੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੋਜ਼ਾਨਾ ਹੀ 4-5 ਦਿਨ ਇਸ ਦੇ ਨਾਲ ਖੇਡਦੇ ਵੀ ਰਹੇ ਔਰ ਇਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਰਹੇ। ਤੇ ਜਦੋਂ ਹੁਣ ਗੱਲਾਂ ਕਰਦੇ ਆ ਤੇ ਇਹਦੇ ਅੰਦਰੋਂ ਉਬਲਾ ਚੁਬਲੀ ਉੱਠਦੀ ਹੈ, ਵੀ ਇਹ ਗੱਲਾਂ ਸਾਰੀਆਂ ਮੈਨੂੰ ਹੀ ਕਹਿ ਰਹੇ ਆ, ਮੇਰੇ ਹੀ ਦਾਦੇ ਨੂੰ ਇਹਨਾਂ ਦੇ ਦਾਦੇ ਨੇ ਮਾਰਿਆ। ਹੁਣ ਇਹ ਚਾਹੁੰਦੇ ਆ ਕਿ ਮੈਂ ਬਦਲਾ ਲਵਾਂ, ਮੈਥੋਂ ਇਹਨਾਂ ਦੀਆਂ ਗੱਲਾਂ ਸੁਣੀਆਂ ਵੀ ਨਹੀਂ ਜਾਂਦੀਆਂ, ਮੈਨੂੰ ਬਾਰ-ਬਾਰ ਕਪੂਤ ਕਹਿ ਦਿੰਦੇ ਆ, ਬਾਰ-ਬਾਰ ਮੇਰੇ ਜਨਮ 'ਤੇ ਫਿਟਕਾਰਾਂ ਪਾਉਂਦੇ ਆ। ਥੁੱਕ ਹੈ ਇਹੋ ਜਿਹੇ ਜਨਮ ਦੇ, ਜਿਹੜਾ ਕਿ ਆਪਣੇ ਪਿਓ ਦਾਦੇ ਦਾ ਬਦਲਾ ਨਹੀਂ ਲੈ ਸਕਦਾ ਗਾ। ਹੁਣ ਮਨਾ ਕਰਾਂ ਤਾਂ ਕੀ ਕਰਾਂ, ਇਹਦੇ ਅੰਦਰ ਉਬਲਾ ਚੁਬਲੀ ਉੱਠਦੀ ਆ। ਕਹਿੰਦੇ ਦੋ ਘਟਕਾ ਜਬ ਹਿਉ ਦਿਨ ਰਹਿਓ ਚੌਪਰ ਤਜੋ ਥਰਨ ਕੋ ਚਾਹਿਓ। ਔਰ 2 ਘੜੀਆਂ ਜਿਹੜਾ ਹੈ ਦਿਨ ਬਾਕੀ ਰਹਿ ਗਿਆ,
ਪਾਤਸ਼ਾਹ ਜੀ ਨੇ ਖੇਡ ਬੰਦ ਕਰ ਦਿੱਤੀ ਹੈ, ਚਾਦਰ ਇਕੱਠੀ ਕਰ ਦਿੱਤੀ ਹੈ ਔਰ ਤੁਰਨ ਦੀ ਸਲਾਹ ਹੀ ਕਰਨ ਲੱਗਿਆ ਸੀ। ਗੁਲਖਾ ਸੁਨ ਸੁਨ ਧੀਰਜ ਛੋਰੈ ਤਕੈ ਮਾਰਵੇ ਗੁਰ ਕੀ ਔਰੇ। ਔਰ ਪਾਤਸ਼ਾਹ ਕਹਿਣ ਲੱਗੇ ਯਾਰ ਮੈਂ ਥੋੜਾ ਆਰਾਮ ਕਰ ਲਵਾਂ, ਤੇ ਗੁਲਖਾਂ ਕਹਿਣ ਲੱਗੇ ਅੱਛਾ ਹੁਣੇ ਸੌਣਗੇ, ਕਿਉਂ ਨਾ ਸੁੱਤਿਆਂ ਹੋਇਆਂ ਦੇ ਉੱਤੇ ਹੀ ਮੈਂ ਹਮਲਾ ਕਰ ਦੇਵਾਂ। ਖੰਜਰ ਤਾਂ ਆ ਪਏ ਆ, ਤੇ ਪਾਤਸ਼ਾਹ ਜੀ ਨੇ ਜਾਣ ਬੁੱਝ ਕੇ ਖੰਜਰ ਵੀ ਸੰਭਾਲਿਆ ਨਹੀਂ। ਸ਼ਸਤਰ ਜਿਹੜਾ ਹੁੰਦਾ ਇਹਨੂੰ ਆਪਣੇ ਕਬਜ਼ੇ 'ਚ ਰੱਖਣਾ ਚਾਹੀਦਾ, ਜਿਹਦੇ ਹੱਥ ਵਿੱਚ ਸ਼ਸਤਰ ਹੈ ਫਿਰ ਉਸੇ ਦਾ ਹੀ ਹੋ ਗਿਆ ਉਹ ਤਾਂ। ਪਰ ਸਤਿਗੁਰੂ ਪਾਤਸ਼ਾਹ ਜੀ ਨੂੰ ਪਤਾ ਸੀਗਾ ਕਿ ਇਹ ਕਾਰਨ ਜਿਹੜਾ ਸਾਡਾ ਬਣਨਾ ਤੇ ਇਸੇ ਦੇ ਰਾਹੀਂ ਬਣਨਾ ਹੈ। ਔਰ 2 ਘੜੀਆਂ ਪਾਤਸ਼ਾਹ ਕਹਿੰਦੇ ਆਰਾਮ ਹੀ ਕਰ ਲਈਏ। ਜਗ ਤੱਕ ਕਰ ਤਿਨ ਖੜਗ ਸੰਭਾਰਿਓ ਮਾਰਨ ਕੋ ਮਨ ਬਿਉਂਤ ਵਿਚਾਰਿਓ। ਔਰ ਗੁਰੂ ਪਿਆਰਿਓ ਜੱਕਾ ਤੱਕਾ ਕਰਦੇ ਆ, ਪਹਿਲਾਂ ਇਸ ਨੇ ਤਲਵਾਰ ਵੇਖੀ ਬਈ ਤਲਵਾਰ ਨਾ ਚਲਾ ਦੇਵਾਂ। ਹੀਰ ਸਿੰਘ ਗਨ ਇਤੁਤ ਤਾਕੇ ਹਤਿਓ ਆਜ ਜਬ ਹੋਏ ਇਕਾਕੇ। ਫਿਰ ਸੋਚਿਆ ਵੀ ਯਾਰ ਸਿੰਘ ਫਿਰਦੇ ਨਾ ਕੋਈ ਮੈਨੂੰ ਰਗੜ ਦੂਗਾ ਫੜ ਕੇ, ਮੈਨੂੰ ਕਿਸੇ ਨੇ ਜਾਣ ਨਹੀਂ ਦੇਣਾਗਾ, ਇਸ ਕਰਕੇ ਮੈਂ ਦੇਖਦਾ ਜਦੋਂ ਇਹ ਇਕੱਲੇ ਦੇ ਹੋ ਜਾਣ ਤੇ ਉਦੋਂ ਮੈਂ ਹਮਲਾ ਕਰੂੰਗਾ। ਪਾਠ ਸੋਦਰ ਅਰਦਾਸ ਉਚਾਰੀ ਸਭਨ ਗੁਰੂ ਕੋ ਬੰਧਨ ਧਾਰੀ। ਔਰ ਗੁਰੂ ਪਿਆਰਿਓ ਸ਼ਾਮਾਂ ਦਾ ਸਮਾਂ ਹੋ ਗਿਆ ਰਹਿ ਰਸ ਦਾ, ਸਭ ਨੇ ਰਹਿ ਰਸ ਕੀਤੀ, ਸਤਿਗੁਰਾਂ ਨੂੰ ਨਮਸਕਾਰ ਕੀਤੀ ਔਰ ਸਿੰਘ ਜਿਹੜੇ ਹਨ ਆਪੋ ਆਪਣੇ ਅਸਥਾਨਾਂ ਤੇ ਜਾਣ ਲੱਗੇ। ਰੁਖ ਲੱਗੇ ਨਿਜ ਨਿਜ ਥਲ ਗਏ ਉਠਤ ਪਠਾਨ ਪਠਾਵਤ ਭਏ। ਔਰ ਗੁਲਖਾਂ ਕਹਿੰਦੇ ਵਾਰ-ਵਾਰ ਜਾਣ ਦੀ ਸਲਾਹ ਕਰਦਾ, ਪਾਤਸ਼ਾਹ ਕਹਿੰਦੇ ਕੋਈ ਨਹੀਂ ਬਹਿ ਜਾ ਹਜੇ ਆਰਾਮ ਕਰ ਲਾ, ਐਡੀ ਕੀ ਕਾਹਲੀ ਆ, ਵਗ ਜੀ ਠਹਿਰ ਕੇ ਵਗ ਜੀ। ਤੇ ਸਿੰਘ ਜਿਹੜੇ ਹਨ ਗੁਰੂ ਪਿਆਰਿਓ ਰਹਿ ਰਸ ਦੀ ਸਮਾਪਤੀ ਤੋਂ ਬਾਅਦ ਆਪਣੇ ਤੰਬੂਆਂ ਵੱਲ ਜਾਣ ਲੱਗੇ। ਉੱਦਾਂ ਜਿਹੜੇ ਪਹਿਰੇਦਾਰ ਸੀ ਉਹ ਸਤਿਗੁਰਾਂ ਤੇ ਪਹਿਰੇ ਤੇ ਵੀ ਹੈ। ਥਿਰੇ ਪਰਯੰਕ ਉਪਰੇ ਫੇਰ ਇੱਕ ਜਮਤਰ ਲੀਨੀ ਕਰ ਹੇਰ। ਔਰ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਪਲੰਘੇ ਤੇ ਪੈ ਗਏ ਹਨ ਜਾਣ ਬੁੱਝ ਕੇ ਜਾਗੋ ਮੀਚੀ ਦੇ ਵਿੱਚ। ਵੇਖਣ ਨੂੰ ਐਂ ਲੱਗਦਾ ਜਿਵੇਂ ਸੌਂ ਗਏ ਹੋਣ, ਪਰ ਸਤਿਗੁਰੂ ਜਾਣ ਬੁੱਝ ਕੇ ਕਹਿੰਦੇ ਪਏ ਹਨ। ਤੇ ਇੱਕ ਕਟਾਰ ਜਿਹੜੀ ਹੈ ਉੱਥੇ ਨੇੜੇ ਹੀ ਛੱਡ ਦਿੱਤੀ ਹੈ, ਇੱਕ ਖੰਜਰ ਨੇੜੇ ਹੀ ਛੱਡ ਦਿੱਤਾ ਹੈ। ਗੁਲਖਾਨਿਤ ਹੋਏ ਇਸ ਦੇਖ ਪਰ ਕੋ ਕੀਮਤ ਇਸੈ ਵਿਸ਼ੇਖ। ਔਰ ਗੁਰੂ ਪਿਆਰਿਓ ਹੁਣ ਉਸ ਖੰਜਰ ਨੂੰ ਗੁਲਖਾਂ ਦੇਖਣ ਲੱਗੇ ਆ, ਕਹਿਣ ਲੱਗੇ ਆ ਇਹ ਬੜਾ ਕੀਮਤੀ ਹੈ ਤੇ ਤੇਜ ਵੀ ਬੜਾ ਹੈ। ਕਰਕੇ ਨਗਨ ਗਈ ਇਸ ਦਿਸ ਹਾਥ ਪੁਨਰ ਪ੍ਰੇਰਨ ਲਾਗੇ ਕਹਿਨਾਥ। ਔਰ ਗੁਰੂ ਪਿਆਰਿਓ ਕਹਿੰਦੇ ਇਸ ਨੇ ਉਸ ਨੂੰ ਮਿਆਨ ਚੋਂ ਕੱਢ ਲਿਆ, ਸਤਿਗੁਰਾਂ ਨੇ ਇਹਨੂੰ ਆਪ ਹੀ ਵਿਖਾ ਦਿੱਤੀ ਸੀ ਪਹਿਲਾਂ ਔਰ ਨਾਲੇ ਪ੍ਰੇਰਨਾ ਕੀਤਾ ਸੀ। ਇਸਰ ਪਦਰ ਕੋ ਬਦਲਾ ਲੈਵੈ ਹੱਕ ਉਤਾਰ ਆਪਣੋ ਦੇਵੈ। ਆਪਣੇ ਦਾਦੇ ਪੜਦਾਦੇ ਦਾ ਬਦਲਾ ਲੈ ਲੈਣਾ ਚਾਹੀਦਾ ਭਾਈ, ਕਿਸੇ ਦੇ ਸਿਰ ਤੇ ਬਦਲਾ ਛੱਡਣਾ ਨਹੀਂ ਚਾਹੀਦਾ, ਆਪਣਾ ਹੱਕ ਉਤਾਰ ਲੈਣਾ ਚਾਹੀਦਾ। ਵੈਰੀ ਮਿਲੇ ਇਕਾਂਤ ਸਬਾਨੀ ਆਪ ਹੋ ਤਬ ਅਯੋਧ ਪਾਨੀ। ਜਦੋਂ ਕਿਤੇ ਦੁਸ਼ਮਣ ਇਕਾਂਤ ਵਿੱਚ ਕੱਲਾ ਮਿਲ ਜਾਵੇ ਤੇ ਹੱਥ ਵਿੱਚ ਸ਼ਸਤਰ ਹੋਵੇ। ਮਾਰੇ ਨਹੀਂ ਥੂਕ ਮੁਖ ਵਾਕੈ ਜੀਵਨ ਪਰ ਲਾਨਤ ਬਹੁਤ ਤਾਕੈ। ਲਾਨਤ ਹੈ ਉਹਦੇ ਜੀਵਨ ਦੇ ਉੱਤੇ ਕਿ ਦੁਸ਼ਮਣ ਵੀ ਹੋਵੇ ਤੇ ਸ਼ਸਤਰ ਵੀ ਹੋਵੇ ਤੇ ਦੁਸ਼ਮਣ ਕੱਲਾ ਵੀ ਹੋਵੇ, ਫਿਰ ਵੀ ਨਾ ਆਪਣਾ ਬਦਲਾ ਲਵੇ ਤੇ ਫਿਰ ਇਹੋ ਜਿਹੇ ਜਨਮ ਦੇ ਧਿਰਗ ਹੈ। ਇਮ ਕਹਿ ਲੀਨੇ ਮੂਦ ਬਿਲੋਚਨ ਅਮਲ ਅਫੀ। ਤਾਂ ਇਹਨਾਂ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਆਪਣੇ ਨੇਤਰ ਬੰਦ ਕਰ ਲਏ, ਜਾਣ ਬੁੱਝ ਕੇ ਪੈ ਗਏ ਤੇ ਖੰਜਰ ਕਹਿੰਦੇ ਉਸ ਨੂੰ ਦੇ ਦਿੱਤਾ। ਗੁਲਖਾਂ ਸਮੇਂ ਵਿਚਾਰਨੋਂ ਮਾਰਨ ਤੁਮ ਬਿਥਰਿਓ ਹੋਏ ਦੀਪਕ ਜਾਰਨ। ਔਰ ਤਮ ਬਿਥਰਿਓ ਹਨੇਰਾ ਜਾ ਹੋਣ ਲੱਗਿਆ, ਦੀਵੇ ਜਗਾਉਣ ਦਾ ਸਮਾਂ ਜਾ ਹੋ ਗਿਆ ਤੇ ਗੁਲਖਾਂ ਨੇ ਸੋਚਿਆ ਵੀ ਹੁਣ ਠੀਕ ਆ, ਬਹੁਤੇ ਕੋਲ ਸਿੰਘ ਵੀ ਹੈ ਨਹੀਂ, ਆਪੋ ਆਪਣੇ ਸੰਥਾਵਾਂ ਤੇ ਚਲੇ ਗਏ ਹਨ। ਦ੍ਰਿਗ ਮੁੰਦੇ ਅਬ ਦੇਖਤ ਨਾਹੀ ਥਰੇ ਸਿੰਘ ਕੋ ਨਾਹਨ ਤਾਹੀ। ਔਰ ਅੱਖਾਂ ਇਹਨਾਂ ਨੇ ਵੀ ਬੰਦ ਕਰ ਲਈਆਂ, ਸ਼ਾਇਦ ਨੀਂਦ ਆ ਗਈ ਹੋਣੀ ਹੈ ਤੇ ਸਿੰਘ ਵੀ ਕੋਈ ਨੇੜੇ ਦੇਖਦਾ ਨਹੀਂ। ਜੰਤਰ ਨੰਗੀ ਤੀਖਨ ਹਾਥ ਇਤੁ ਅਵਲੋਕਤ ਡਰ ਹਸਾਥ। ਔਰ ਉੱਥੇ ਘੁੰਮਣ ਲੱਗਿਆ, ਆਪਦੇ ਜਣੇ ਦਾ ਬਣਾ ਰਹੇ ਆ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਉੱਥੇ ਘੁੰਮਣ ਲੱਗਿਆ ਹੱਥ ਵਿੱਚ ਖੰਜਰ ਲੈ ਕੇ। ਇਤਨੇ ਮੈਂ ਦ੍ਰਿਗ ਪੰਕਜ ਖੋਲੈ ਸਮੁਖ ਪਠਾਨ ਨਿਕਟ ਕਰ ਬੋਲੇ। ਔਰ ਪਾਤਸ਼ਾਹ ਜੀ ਨੇ ਫਿਰ ਪਾਸਾ ਜਾ ਲਿਆ, ਨੇਤਰ ਖੋਲੇ ਤੇ ਪਠਾਨ ਇੱਥੇ ਹੀ ਫਿਰਦਾ, ਹਜੇ ਹੱਥ ਵਿੱਚ ਖੰਜਰ ਵੀ ਹੈਗਾ। ਸਮਾ ਸ਼ਤਰੂ ਹਥਿਬੇ ਕੋ ਪਾਵੈ ਚੂਕ ਜਾਏ ਫਿਰ ਹਾਥ ਨਾ ਆਵੈ। ਜਾ ਓਏ ਪਠਾਨਾ, ਉਹ ਦੁਸ਼ਮਣ ਮਿਲਣ ਦਾ ਸਮਾਂ ਮਿਲ ਜਾਵੇ, ਮਾਰਨ ਦਾ ਸਮਾਂ ਮਿਲ ਜਾਵੇ, ਫੇਰ ਵੀ ਉਹ ਸਮਾਂ ਗਵਾ ਦੇਵੇ ਹੱਥੋਂ,
ਇਹੋ ਜਿਹਾ ਸਮਾਂ ਬਾਰ-ਬਾਰ ਨਹੀਂ ਮਿਲਦਾ। ਰਹਿ ਬਸੂਰਤ ਗੀਦੀ ਹੋਏ, ਥੂਕ ਜਨਮ ਲਾਨਤ ਲੈ ਸੋਏ। ਤੇ ਗਿੱਦੜ ਹੋਇਆ ਉਹ ਤਾਂ ਫਿਰ ਕਾਹਦਾ ਯੋਧਾ ਹੋਇਆ, ਮੁੜ ਕੇ ਪਛਤਾਉਣਾ ਪੈਂਦਾ ਹੈ। ਬਾਰ ਬਾਰ ਇਉ ਕਹਿਓ ਕਸਾਈ, ਬਾਰ ਬਾਰ ਦ੍ਰਿਗ ਮੁਦਤ ਜਾਈ। ਇਉਂ ਪਾਤਸ਼ਾਹ ਵਾਰ-ਵਾਰ ਇਹਨੂੰ ਪ੍ਰੇਰਨਾ ਕਰਦੇ ਐ। ਤੇ ਫਿਰ ਗੁਰੂ ਪਿਆਰੋ ਜਦੋਂ ਵਾਰ-ਵਾਰ ਪ੍ਰੇਰਨਾ ਕਰਦੇ ਆ ਤੇ ਗੁਲਖਾਂ ਫਿਰ ਆਪਣਾ ਕੰਮ ਕਰਦਾ ਹੈ। ਇਹ ਪਾਤਸ਼ਾਹ ਜੀ ਨੂੰ ਜਾਣ ਬੁੱਝ ਕੇ ਸੁੱਤਿਆ ਦੇਖ ਕੇ ਖੰਜਰ ਚਲਾਉਂਦਾ ਤੇ ਪਾਤਸ਼ਾਹ ਜੀ ਨੇ ਵੀ ਦੂਜੇ ਪਾਸੇ ਆਪਣੇ ਛਾਤੀ ਦੇ ਨਾਲ ਲਾ ਕੇ ਨੰਗੀ ਤਲਵਾਰ ਰੱਖੀ ਹੋਈ ਆ ਤੇ ਉਸ ਤਲਵਾਰ ਨੂੰ ਚਲਾਉਂਦੇ ਹੀ ਇਸ ਨੂੰ ਝਟਕਾ ਦਿੰਦੇ ਆ। ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਸੇ ਦੀ ਤਰਜ਼ ਤੇ ਅੱਜ ਹਜੂਰ ਸਾਹਿਬ ਜਿਹੜਾ ਉਹ ਬੱਕਰਾ ਝਟਕਾਇਆ ਜਾਂਦਾ ਹੈਗਾ। ਇਸੇ ਕਰਕੇ ਦੱਸਿਆ ਜਾਂਦਾ ਕਿ ਸਿੰਘ ਜਿਹੜੇ ਆ ਝਟਕਾਉਣ ਲੱਗੇ ਵੀ ਮਿੰਟ ਲਾਉਂਦੇ ਹਨ ਜਦੋਂ ਕੋਈ ਗੁਰੂ ਸਾਹਿਬ ਦੀ ਐਂਟੀ ਚੱਲਦਾ। ਖੈਰ ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं दुख भंजन गुणतास, हे संगी हे निरंकार, हे निर्गुण सब एक, हे गोबिंद हे गुण निरान, जाके सदा विवेक, हे अपरंपर हर हरे हरि होवन हार, हे संत कै सदा संग दार, हे ठाकुर हूँ दास रो मैं निर्गुण गुण नहीं कोई, नानक दीजै नाम दान रखो हिय परो, आए प्रभ शरणागति कृपा निध दयाल, एक अखर हर मन बसत नानक होत निहाल, एक ओंकारा सतगुरु ते प्रसाद सच होए। वाहिगुरु जी की है बेगन विनाशन सोए, वाहिगुरु जी की फतेह है। विनाशन सोए। वाहिगुरु जी का खालसा, वाहिगुरु